ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਬ੍ਰੇਕਫਾਸਟ ਸ਼ੋਅ ਲੈ ਕੇ ਅੰਮ੍ਰਿਤਸਰ ਦੀ ਧਰਤੀ ਤੋਂ ਅੰਮ੍ਰਿਤਸਰ ਸਟੂਡੀਓ ਤੋਂ ਹਾਜ਼ਰ ਹਾਂ। ਸੋ ਅੱਜ ਦਿਨ ਹੈ ਸੋਮਵਾਰ, ਤਰੀਕ ਹੈ 23 ਤੇ ਅੱਜ ਦੇ ਇਸ ਬ੍ਰੇਕਫਾਸਟ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਵੈਦਰ ਦੇ ਉੱਤੇ ਜਿਹੜਾ ਆ ਉਹ ਧਿਆਨ ਮਾਰ ਲੈਂਦੇ। ਇੱਕ ਵਾਰ ਵੈਦਰ ਦੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ। ਅੱਜ ਦੀ ਗੱਲ ਕਰੀਏ ਤਾਂ ਲੰਡਨ ਦਾ ਜਿਹੜਾ ਦਿਨ ਦਾ ਤਾਪਮਾਨ ਹੈ ਉਹ 18 ਡਿਗਰੀ ਜਿਹੜਾ ਆ ਉਹ ਰਹੇਗਾ ਤੇ ਰਾਤ ਦਾ ਤਾਪਮਾਨ ਜਿਹੜਾ ਆ 9 ਡਿਗਰੀ ਤੱਕ ਜਿਹੜਾ ਆ ਉਹ ਪਹੁੰਚੇਗਾ ਤੇ 70% ਚਾਂਸ ਜਿਹੜੇ ਆ ਉਹ ਹੈਗੇ ਆ ਕਿ ਬਾਰਿਸ਼ ਜਿਹੜੀ ਆ ਉਹ ਹੋ ਸਕਦੀ ਆ। ਇਸ ਤੋਂ ਇਲਾਵਾ ਗੱਲ ਕਰੀਏ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੀ, ਤਾਂ ਟੋਰਾਂਟੋ ਦਾ ਦਿਨ ਦਾ ਤਾਪਮਾਨ ਜਿਹੜਾ ਆ ਉਹ 14 ਡਿਗਰੀ ਤੱਕ ਰਹੇਗਾ ਤੇ ਰਾਤ ਦਾ ਤਾਪਮਾਨ ਜਿਹੜਾ ਆ ਉਹ 10 ਡਿਗਰੀ ਤੱਕ ਜਿਹੜਾ ਆ ਉਹ ਪਹੁੰਚੇਗਾ ਤੇ ਉੱਥੇ ਬੱਦਲਵਾੜੀ ਜਿਹੜੀ ਆ ਉਹ ਬਣੀ ਰਹੇਗੀ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਸਿਡਨੀ ਦੀ ਗੱਲ ਕਰੀਏ ਤਾਂ ਉੱਥੇ ਦਿਨ ਦਾ ਤਾਪਮਾਨ 17 ਡਿਗਰੀ ਤੇ ਰਾਤ ਦਾ ਤਾਪਮਾਨ ਜਿਹੜਾ ਆ ਉਹ 13 ਤੱਕ ਜਿਹੜਾ ਆ ਉਹ ਪਹੁੰਚੇਗਾ ਅਤੇ ਉੱਥੇ 90% ਚਾਂਸਸ ਹੈਗੇ ਆ ਕਿ ਬਾਰਿਸ਼ ਜਿਹੜੀ ਆ ਉਹ ਹੋ ਸਕਦੀ ਆ। ਇਸ ਤੋਂ ਇਲਾਵਾ ਗੱਲ ਕਰੀਏ ਦਿੱਲੀ ਦੀ, ਤਾਂ ਦਿੱਲੀ ਦਾ ਜਿਹੜਾ ਤਾਪਮਾਨ ਹੈ ਉਹ ਦਿਨ ਦਾ 34 ਡਿਗਰੀ ਤੱਕ ਪਹੁੰਚੇਗਾ ਅਤੇ ਰਾਤ ਦਾ 25 ਡਿਗਰੀ ਤੱਕ ਤੇ 60% ਚਾਂਸ ਜਿਹੜੇ ਆ ਉਹ ਹੈਗੇ ਆ ਕਿ ਬਾਰਿਸ਼ ਹੋ ਸਕਦੀ ਆ, ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ ਜਿਹੜਾ ਆ ਉਹ ਅੱਜ ਚਾਂਸਸ ਬਾਰਿਸ਼ ਦੇ ਹੈਗੇ ਆ ਤੇ ਪਿਛਲੇ ਦਿਨੀ ਜਿਹੜੀਆਂ ਹਵਾਵਾਂ ਆ ਉਹ ਚੱਲਣ ਕਰਕੇ ਕੁਝ ਜਗ੍ਹਾ ਦੇ ਉੱਤੇ ਥੋੜੀ ਬਾਰਿਸ਼ ਹੋਣ ਕਰਕੇ ਤਾਪਮਾਨ ਜਿਹੜਾ ਹੇਠਾਂ ਆਇਆ, ਨਹੀਂ ਤੇ ਲਗਭਗ 50 ਡਿਗਰੀ ਤੱਕ ਦਿੱਲੀ ਤੇ ਪੰਜਾਬ ਦਾ ਤਾਪਮਾਨ ਜਿਹੜਾ ਆ ਉਹ ਪਹੁੰਚਿਆ ਆ। ਇਸ ਤੋਂ ਬਾਅਦ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦਾ ਦਿਨ ਦਾ ਤਾਪਮਾਨ ਜਿਹੜਾ ਹੈ ਉਹ 31 ਡਿਗਰੀ ਤੱਕ ਅਤੇ ਰਾਤ ਦਾ ਤਾਪਮਾਨ ਜਿਹੜਾ ਆ ਉਹ 21 ਡਿਗਰੀ ਤੱਕ ਰਹੇਗਾ ਤੇ 80% ਚਾਂਸਸ ਇੱਥੇ ਵੀ ਬਾਰਿਸ਼ ਦੇ ਜਿਹੜੇ ਆ ਉਹ ਹੈਗੇ ਆ, ਕਿਉਂਕਿ ਅੱਜ ਸੋਮਵਾਰ ਹੈ। ਸੋਮਵਾਰ ਤੇ ਮੰਗਲਵਾਰ 2 ਦਿਨ ਬਾਰਿਸ਼ ਜਿਹੜੀ ਆ ਉਹ ਹੋਣ ਦੇ ਚਾਂਸਸ ਜਿਹੜੇ ਆ ਉਹ ਹੈਗੇ ਆ, ਜਿਹਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਜਿਹੜੀ ਉਹ ਮਿਲੇਗੀ, ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਗਰਮੀ ਜਿਹੜੀ ਆ ਉਹ ਪੈ ਰਹੀ ਆ ਤੇ ਕੁਝ ਦਿਨਾਂ ਤੱਕ ਬੱਚਿਆਂ ਨੂੰ ਸਕੂਲਾਂ ਦੀਆਂ ਛੁੱਟੀਆਂ ਜਿਹੜੀਆਂ ਆ ਉਹ ਵੀ ਹੋ ਰਹੀਆਂ ਨੇ। ਇਸੇ ਕਰਕੇ ਹੀ ਜਿਹੜਾ ਆ ਉਹ ਜੇਕਰ ਬਾਰਿਸ਼ ਪਹਿਲਾਂ ਪੈ ਜਾਂਦੀ ਆ ਤਾਂ ਥੋੜ੍ਹੇ ਦਿਨ ਜਿਹੜੀ ਆ ਉਹ ਰਾਹਤ ਜ਼ਰੂਰ ਲੋਕਾਂ ਨੂੰ ਮਿਲ ਸਕਦੀ ਆ। ਇਸ ਤੋਂ ਇਲਾਵਾ ਅਸੀਂ ਕਰੰਸੀ ਰੇਟ ਜਿਹੜੇ ਆ ਉਹਨਾਂ ਦੀ ਗੱਲ ਕਰੀਏ ਤਾਂ ਪਾਉਂਡ ਦਾ ਰੇਟ ਜਿਹੜਾ ਆ ਉਹ ਭਾਰਤੀ ਰੁਪਈਆਂ ਦੇ ਵਿੱਚ ਇਸ ਵੇਲੇ 97 ਰੁਪਏ 18 ਪੈਸੇ ਜਿਹੜਾ ਆ ਉਹ ਚੱਲ ਰਿਹਾ ਆ ਤੇ USA ਦੇ ਡਾਲਰ ਦੀ ਗੱਲ ਕਰੀਏ ਤਾਂ ਭਾਰਤੀ ਰੁਪਈਆਂ ਦੇ ਵਿੱਚ 77 ਰੁਪਏ ਤੇ 82 ਪੈਸੇ ਉਹਦਾ ਰੇਟ ਜਿਹੜਾ ਆ ਉਹ ਚੱਲ ਰਿਹਾ ਆ। ਕੈਨੇਡੀਅਨ ਡਾਲਰ ਦੀ ਗੱਲ ਕਰੀਏ ਤਾਂ ਭਾਰਤੀ ਰੁਪਈਆਂ ਦੇ ਵਿੱਚ ਉਸ ਦਾ ਰੇਟ 60 ਰੁਪਏ 61 ਪੈਸੇ ਜਿਹੜਾ ਉਹ ਚੱਲ ਰਿਹਾ ਆ ਤੇ ਜੇ ਯੂਰੋ ਦੀ ਗੱਲ ਕਰੀਏ ਤਾਂ ਯੂਰੋ ਦਾ ਰੇਟ ਜਿਹੜਾ 82 ਰੁਪਏ 14 ਪੈਸੇ ਜਿਹੜਾ ਭਾਰਤੀ ਰੁਪਈਆਂ ਦੇ ਵਿੱਚ ਚੱਲ ਰਿਹਾ ਹੈ। ਜੇਕਰ ਤੁਸੀਂ ਕਿਤੇ ਵੀ ਪੈਸੇ ਸੈਂਡ ਕਰਨੇ ਆ, ਭੇਜਣੇ ਆ ਤਾਂ ਰੇਟ ਨੂੰ ਡਬਲ ਚੈੱਕ ਜ਼ਰੂਰ ਕਰ ਲਓ, ਕਿਉਂਕਿ ਇਹ ਰੇਟ ਜਿਹੜੇ ਆ ਉਹ ਵਾਧੇ ਘਟਦੇ ਰਹਿੰਦੇ ਆ। ਸੋ ਇਹ ਤਾਂ ਸੀ ਮੌਸਮ ਅਤੇ ਜਿਹੜੇ ਕਰੰਸੀ ਰੇਟ ਨੇ ਉਹਨਾਂ ਦੀ ਗੱਲ ਜਿਹੜੀ ਆ ਉਹ ਕੀਤੀ ਆ। ਤੇ ਹੁਣ ਅਸੀਂ ਅੱਜ ਦੇ ਬ੍ਰੇਕਫਾਸਟ ਸ਼ੋਅ ਦੇ ਵਿੱਚ ਕੁਝ ਖਬਰਾਂ ਦੇ ਉੱਤੇ ਚਰਚਾ ਜਿਹੜੀ ਆ ਉਹ ਵੀ ਕਰਾਂਗੇ ਤੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੈਸਟ ਨੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਜੀ ਅਣਖੀ। ਸੋ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਆ ਤੇ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਹਿਲਾਂ ਕੁਝ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਤੇ ਫਿਰ ਬਾਅਦ ਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੇ ਬਾਰੇ ਦੇ ਵਿੱਚ ਵੀ ਚਰਚਾ ਜਿਹੜੀ ਆ ਉਹ ਹੋਏਗੀ। ਸੋ ਅਣਖੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਣਖੀ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੂੰਗਾ, ਜਿਹੜੀਆਂ ਖਬਰਾਂ ਅਸੀਂ ਦੇਖ ਰਹੇ ਹਾਂ ਆ ਰਹੀਆਂ ਨੇ ਕਿ ਪੰਜਾਬ ਸਰਕਾਰ ਇੱਦਾਂ ਕੰਮ ਕਰ ਰਹੀ ਆ, ਆਹ ਕੁਛ ਕਰ ਰਹੀ ਆ, ਤੁਸੀਂ ਕਿੰਨੇ ਕੁ ਜਿਹੜਾ ਆ ਉਹ ਸਰਕਾਰ ਬਦਲਣ ਤੋਂ ਬਾਅਦ ਦੇ ਵਿੱਚ ਗੱਲ ਕਰੀਏ, ਤੁਸੀਂ ਜਾਂ ਲੋਕ ਜਾਂ ਆਪਾਂ ਜਦੋਂ ਵਿਚਰਦੇ ਆ ਤਾਂ ਕਿੰਨੇ ਕੁ ਲੋਕ ਜਿਹੜੇ ਆ ਉਹ ਸੈਟਿਸਫਾਈਡ ਹੈਗੇ ਆ ਗਵਰਨਮੈਂਟ ਦੇ ਕੰਮਕਾਜ ਤੋਂ, ਜਾਂ ਉਹ ਕਿਵੇਂ ਕੰਮ ਕਰ ਰਹੀ ਆ, ਜਾਂ ਤੁਹਾਡੀ ਇਹਦੇ ਉੱਤੇ ਕੀ ਟਿੱਪਣੀ ਹੈਗੀ ਆ? ਗਿੱਲ ਸਾਹਿਬ ਜੀ, ਇਹ ਸਰਕਾਰ ਬਣੀ ਨੂੰ ਹਾਲੇ ਸਿਰਫ 2 ਮਹੀਨੇ ਹੋਏ ਆ ਜੀ ਤੇ ਜਦੋਂ ਇਹ ਸਰਕਾਰ ਬਣੀ ਸੀ ਜੀ ਤੇ ਇਹਨਾਂ ਬੜੇ ਵੱਡੇ ਕਰਜ਼ੇ ਥੱਲੇ ਆ ਹਲੇ ਪੰਜਾਬ 3 ਲੱਖ ਕਰੋੜ ਤੋਂ ਵੱਧ ਆ। ਹਾਂਜੀ। ਤੇ ਇਹਦੀਆਂ ਵੱਡੀਆਂ ਜਿਹੜੀਆਂ ਸਮੱਸਿਆਵਾਂ ਵਾ ਜੀ ਜੀ ਉਹ ਐਡੀ ਛੇਤੀ ਹੱਲ ਨਹੀਂ ਹੋਣੀਆਂ, ਕਿਉਂਕਿ ਜੋ ਵੀ ਲੋਕ ਹਿੱਤੀ ਜੀ ਸਕੀਮਾਂ ਵਾ, ਐਜੂਕੇਸ਼ਨ ਆ, ਹੈਲਥ ਆ, ਜੀ ਜੀ ਇੰਪਲੋਇਮੈਂਟ ਆ, ਇਹ ਸਾਰੀਆਂ ਜਿਹੜੀਆਂ ਸਕੀਮਾਂ ਵਾ ਇਹਨਾਂ ਵਿੱਚ ਪੈਸੇ ਦੀ ਲੋੜ ਆ ਤੇ ਪੈਸਾ ਜੇ ਸਾਡਾ ਰੈਵਨਿਊ ਕਾਫੀ ਸਰਪਲਸ ਹੋਊਗਾ ਜੀ ਤੇ ਫਿਰ ਹੀ ਇਹ ਸਰਕਾਰਾਂ ਜਿਹੜੀਆਂ ਵਾ ਇਹ ਕੁਝ ਲੋਕਾਂ ਵਾਸਤੇ ਕਰ ਸਕਣਗੀਆਂ।
ਹਾਲੇ ਤੇ ਇਹਨਾਂ ਨੂੰ ਜਿਹੜਾ ਕਰਜ਼ਾ ਲਿਆ ਵਾ ਉਹਦੀਆਂ ਜਿਹੜੇ ਵਿਆਜ ਦੀਆਂ ਕਿਸ਼ਤਾਂ ਦੇਣ ਵਾਸਤੇ ਵੀ ਕਰਜ਼ਾ ਲੈਣਾ ਪੈਣ ਡਿਆ ਵਾ। ਬਿਲਕੁਲ ਸੈਕੰਡਲੀ ਆ ਵੀ ਇਹਨਾਂ ਨੇ ਜੂਨ ਦੇ ਵਿੱਚ ਆਪਣਾ ਬਜਟ ਜਿਹੜਾ ਵਾ ਉਹ ਪੇਸ਼ ਕਰਨਾ ਵਾ। ਜੀ ਜਿਹੜੇ ਸਾਡੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜੀ ਉਹਨਾਂ ਨੇ ਪੰਜਾਬ 'ਚ ਫਿਰ ਤੁਰ ਕੇ ਲੋਕਾਂ ਦੀ ਨਬਜ਼ ਟੋਈ ਆ, ਲੋਕ ਕੀ ਚਾਹੁੰਦੇ ਆ ਤੇ ਹੁਣ ਵੇਖੋ ਬਜਟ ਵਿੱਚ ਕੀ ਕਰਦੇ ਕੀ ਨਹੀਂ ਕਰਦੇ। ਜੀ ਇਸ ਕਰਕੇ ਇਸ ਸਟੇਜ ਤੇ ਇਹ ਸਰਕਾਰ ਨੂੰ ਨਾ ਆਪਾਂ ਕਹਿ ਸਕਦੇ ਆ ਸਫਲ ਆ ਤੇ ਨਾ ਕਹਿ ਸਕਦੇ ਆ ਫੇਲ ਆ, ਕਿਉਂਕਿ ਸਰਕਾਰ ਜਿਹੜੀ ਆਈ ਨੂੰ ਸਿਰਫ 2 ਮਹੀਨੇ ਹੋਏ ਆ। ਸਾਨੂੰ ਵੇਟ ਕਰਨੀ ਚਾਹੀਦੀ ਆ ਇਹਨਾਂ ਦੀ ਕਾਰਗੁਜ਼ਾਰੀ, ਇਹਨਾਂ ਦੀ ਨੀਤੀਆਂ ਤੇ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਦਾ ਜੋ ਇਹਨਾਂ ਦਾ ਇਹ ਸਿਸਟਮ ਆ ਉਹਨੂੰ ਵੇਖਣ ਤੋਂ ਬਾਅਦ ਆਪਾਂ ਕੁਝ ਚਿਰ ਬਾਅਦ ਤੇ ਬਜਟ ਵੇਖ ਕੇ ਫਿਰ ਆਪਾਂ ਦੱਸਾਂਗੇ ਕਿ ਇਹ ਸਰਕਾਰ ਦੀ ਕਾਰਗੁਜ਼ਾਰੀ ਕੈਸੀ ਆ। ਇਸ ਸਟੇਜ ਤੇ ਕੋਈ ਠੋਸ ਗੱਲ ਨਹੀਂ ਕਹੀ ਜਾ ਸਕਦੀ। ਜੀ 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 ਬਿਲਕੁਲ, ਕਿਉਂਕਿ ਲੋਕ ਜਿਹੜੇ ਆ ਉਹ ਬੜਾ ਇਸ ਤਰੀਕੇ ਨਾਲ ਬਿਹੇਵ ਜਿਹੜਾ ਉਹ ਕਰ ਰਿਹਾ ਕਿ ਸਰਕਾਰ ਆ ਗਈ, ਪਤਾ ਨਹੀਂ ਜਾਦੂ ਦੀ ਛੜੀ ਆ ਜਾਂ ਕੋਈ ਸਰਕਾਰ ਕੋਲ ਬਟਨ ਲੱਗੇ ਨੇ ਜਿਹੜੇ ਨਾ ਆ ਕੇ ਨੱਪ ਦੇਣੇ ਨੇ ਤੇ ਸਾਰਾ ਕੁਝ ਠੀਕ ਜਿਹੜਾ ਹੋ ਜਾਣਾ, ਜਿੰਨਾ ਪਹਿਲਿਆਂ ਨੇ ਨੱਪੇ ਨਹੀਂ ਸੀ ਉਹ। ਸੋ ਇਸ ਕਰਕੇ ਲੋਕ ਜ਼ਿਆਦਾ ਜਿਹੜੇ ਅਗਰੈਸਿਵ ਆ ਉਹ ਹੋਏ ਪਏ ਆ। ਦੂਸਰੀ ਗੱਲ ਕਰੀਏ, ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਵੀ ਆਪਣੀ ਹੀ ਸਰਕਾਰ ਦੇ ਉੱਤੇ ਸਵਾਲ ਜਿਹੜੇ ਆ ਉਹ ਖੜੇ ਕਰ ਦਿੱਤੇ ਆ ਬੇਅਦਬੀ ਨੂੰ ਲੈ ਕੇ। ਉਹ ਕਿਵੇਂ ਤੁਸੀਂ ਦੇਖ ਰਹੇ ਹੋ ਕਿ ਸਹੀ ਤਰੀਕੇ ਨਾਲ ਜਾਂਚ ਨਹੀਂ ਹੋ ਰਹੀ, ਜਾਂ ਇਸ ਵੇਲੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਿਆ ਜਾਵੇ ਤਾਂ ਰੋਜ਼ ਹੀ ਕੋਈ ਨਾ ਕੋਈ ਖਬਰ ਜਿਹੜੀ ਪੜ੍ਹਨ ਨੂੰ ਮਿਲ ਜਾਂਦੀ, ਇੱਥੇ ਗੋਲੀ ਚੱਲ ਗਈ, ਇੱਥੇ ਬੰਦੇ ਮਾਰਤੇ, ਇੱਥੇ ਆ ਹੋ ਗਿਆ। ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਚਰਚਾ ਚੱਲ ਰਹੀ ਸੀਗੀ ਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਗ੍ਰਹਿ ਵਿਭਾਗ ਦੇਣਾ ਚਾਹੀਦਾ, ਕਿਉਂਕਿ ਬੜੇ ਐਕਸਪਰਟ ਨੇ ਇਸ ਚੀਜ਼ ਦੇ। ਅੰਮ੍ਰਿਤਸਰ ਦੀ ਗੱਲ ਕਰੀਏ, ਇੱਥੇ ਰਹਿੰਦੇ ਵੀ ਇੱਥੇ ਨੇ ਤੇ ਇੱਥੇ ਰਹੇ ਸੀ ਜਦੋਂ, ਬਿਲਕੁਲ ਉਹਨਾਂ ਨੇ ਨਸ਼ਾ ਵੀ ਇੱਥੇ ਬੰਦ ਕਰਵਾਇਆ ਸੀ, ਗੁੰਡਾਗਰਦੀ ਵੀ ਬੰਦ ਕਰਵਾਈ ਸੀ। ਇਹਦੇ ਉੱਤੇ ਤੁਹਾਡਾ ਕੀ ਕਹਿਣਾ ਹੈ? ਗਿੱਲ ਸਾਹਿਬ, ਜੇ ਆਪਾਂ ਮਿਸਟਰ ਕੇਜਰੀਵਾਲ ਜਿਹੜਾ ਵਾ ਜੀ, ਅਰਵਿੰਦ ਕੇਜਰੀਵਾਲ ਜੀ, ਜਿਹੜਾ ਕਿ ਆਮ ਆਦਮੀ ਪਾਰਟੀ ਦਾ ਸੁਪਰੀਮੋ ਜਿਸ ਨੂੰ ਕਹਿੰਦੇ ਆ ਜੀ, ਉਹਦੀ ਜੇ ਆਪਾਂ ਇਹ ਸ਼ੁਰੂ ਤੋਂ ਹੀ ਕਾਰਗੁਜ਼ਾਰੀ ਵੇਖੀਏ ਤਾਂ ਉਸਨੇ ਕਿਸੇ ਵੀ ਉੱਚੇ ਬੰਦੇ ਨੂੰ ਗਾਂਹ ਉੱਗਣ ਨਹੀਂ ਦਿੱਤਾ। ਆਪਾਂ ਸੁੱਚਾ ਸਿੰਘ ਛੋਟੇਪੁਰ ਤੋਂ ਵੀ ਆਪਾਂ ਗੱਲ ਕਰ ਲਈਏ, ਹਾਂਜੀ ਹਾਂਜੀ, ਉਹਨੇ ਪੰਜਾਬ ਵਿੱਚ ਇਹਨਾਂ ਦੇ ਪੈਰ ਲਾਏ ਸੀ ਤੇ ਸਭ ਤੋਂ ਪਹਿਲਾਂ ਝਟਕਾ ਵੀ ਕੇਜਰੀਵਾਲ ਨੇ ਉਸੇ ਦਾ ਕੀਤਾ ਸੀ। ਜੀ ਜੀ ਜੀ, ਉਸ ਤੋਂ ਬਾਅਦ ਆ ਗੁਰਪ੍ਰੀਤ ਘੁੱਗੀ ਵੇਖ ਲਓ, ਹਾਂਜੀ, ਕੰਵਰ ਸੰਧੂ ਵੇਖ ਲਓ। ਆਪਾਂ ਪੰਜਾਬ ਤੱਕ ਜੇ ਫਰਦੀ ਤੱਕ ਗੱਲ ਕਰੀਏ, ਕੰਵਰ ਸੰਧੂ ਹੋ ਗਿਆ, ਫਿਰ ਫੂਲਕਾ ਸਾਹਿਬ ਹੋ ਗਏ। ਮਤਲਬ ਜਿਸ ਵੀ ਬੰਦੇ ਵਿੱਚ ਕੁਝ ਕਹਿਣ ਦੀ ਹਿੰਮਤ ਆ, ਜੁਰਤ ਆ, ਸੁਖਪਾਲ ਸਿੰਘ ਖਹਿਰਾ ਵੇਖ ਲਓ, ਇਹਨੇ ਕਿਸੇ ਨੂੰ ਆਪਣੇ ਲਾਗੇ ਲੱਗਣ ਦਿੱਤਾ। ਸਿਰਫ ਵਨ ਮੈਨ ਸ਼ੋਅ ਚਾਹੁੰਦਾ ਵਾ ਤੇ ਉਸ ਵਨ ਮੈਨ ਸ਼ੋਅ ਦੇ ਵਿੱਚ ਝੂਠ ਸੱਚ ਬੋਲ ਕੇ ਲੋਕਾਂ ਨੂੰ ਭਰਮਾਇਆ ਇਸਨੇ। ਤੇ ਉਸੇ ਹੀ ਕੜੀ ਦੇ ਵਿੱਚ ਅਗਲਾ ਜਿਹੜਾ ਇਸਨੇ ਇਗਨੋਰ ਕੀਤਾ ਬੰਦਾ ਉਹ ਹੋਗਾ ਕੰਵਰ ਵਿਜੇ ਪ੍ਰਤਾਪ ਸਿੰਘ। ਜੀ ਜੀ ਜੀ, ਕੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਸਾਰੇ ਲੋਕਾਂ ਦੇ ਵਿੱਚ ਇੱਕ ਬੜੀ ਧਾਰਨਾ ਵਾ ਵੀ ਉਹ ਇਮਾਨਦਾਰ ਆ, ਇੰਟੈਲੀਜੈਂਟ ਆ ਤੇ ਬੜੀ ਦ੍ਰਿੜਤਾ ਤੇ ਨਿਸ਼ਚੇ ਨਾਲ ਕੰਮ ਕਰਦੇ ਆ। ਇਸ ਕਰਕੇ ਇਹਨਾਂ ਦੀ ਜਿਹੜੀ ਇਹ ਇੰਪ੍ਰੈਸ਼ਨ ਹੈ ਲੋਕਾਂ ਦੇ ਵਿੱਚ, ਜਿਹੜਾ ਦਾ ਪ੍ਰਭਾਵ ਆ, ਇਸੇ ਨੇ ਹੀ ਉਹਦਾ ਨੁਕਸਾਨ ਕੀਤਾ ਵਾ। ਤੇ ਕੇਜਰੀਵਾਲ ਜਿਹੜਾ ਵਾ ਫਰਜ਼ ਕੀਤਾ ਜੋ ਕੰਵਰ ਵਿਜੇ ਪ੍ਰਤਾਪ ਚਾਹੁੰਦੇ ਆ, ਜੋ ਇਹਨਾਂ ਨੇ ਇਹ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਖਾਣ ਦੀ ਬਰੀਕੀ ਨਾਲ ਘੋਖ ਪੜਤਾਲ ਇਹਨਾਂ ਕੀਤੀ ਆ। ਤੇ ਪਿਛਲੀਆਂ ਸਰਕਾਰਾਂ ਨੇ ਜਿਹੜੇ ਬੰਦੇ ਇਹਦੇ ਵਿੱਚ ਇਨਵੋਲਵ ਸੀ ਜਾਂ ਜਿਨ੍ਹਾਂ ਦੇ ਆਉਣ ਦੀ ਸੰਭਾਵਨਾ ਸੀ ਜਾਂ ਜਿਨ੍ਹਾਂ ਬਾਰੇ ਸ਼ੱਕ ਸੀ, ਉਹਨਾਂ ਦੇ ਪ੍ਰਭਾਵ ਥੱਲੇ ਉਹ ਜਿਹੜਾ ਇਹ ਕੇਸ ਆ ਲਗਭਗ ਘੱਟੇ ਕੌਡੀਆਂ ਹੋਇਆ ਫਿਰਦਾ ਵਾ। ਤੇ ਉਹਨਾਂ ਦੀ ਪਹੁੰਚ ਬੜੇ ਤਾਂ ਤੱਕ ਆ, ਉਹਨਾਂ ਦੀ ਪਹੁੰਚ ਮੋਦੀ ਤੱਕ ਆ ਤੇ ਮੋਦੀ ਦੀ ਗਾਂ ਕੇਜਰੀਵਾਲ ਤੱਕ ਆ। ਇਸ ਕਰਕੇ ਕੀ ਹੋਣ ਡਿਆ ਕੀ ਨਹੀਂ ਹੋਣ ਡਿਆ, ਇਹ ਸਿਆਸਤ ਦੀਆਂ ਜਿਹੜੀਆਂ ਥਰੜੀਆਂ ਤੈਅ ਵਾ ਉਹਨਾਂ ਤੱਕ ਵੇਖਣਾ ਤੇ ਆਪਣੇ ਵੱਸ ਦੀ ਗੱਲ ਨਹੀਂਗੀ। ਪਰ ਕੇਜਰੀਵਾਲ ਨੇ ਆਪਣੇ ਸੁਭਾਅ ਮੁਤਾਬਕ ਇਹ ਜਿਹੜਾ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਗੁੱਠੇ ਲਾਇਆ ਵਾ ਤੇ ਇਹ ਵੀ ਹੁਣ ਮੈਨੂੰ ਲੱਗਦਾ ਵੀ ਉਹ ਇਹ ਸਿਰ ਤੋਂ ਪਾਣੀ ਲੰਘ ਗਿਆ ਵਾ। ਫਿਰ ਵੇਖੋ ਐਡਾ ਇੰਪੋਰਟੈਂਟ ਐਮਐਲਏ ਹੋਵੇ ਜਿਹਦੇ ਸਿਰ ਤੇ ਸਾਰਾ ਅੰਮ੍ਰਿਤਸਰ ਇਸਨੇ ਜਿੱਤਿਆ ਹੋਵੇ ਤੇ ਉਸ ਨੂੰ ਚਿੱਠੀ ਲਿਖਣੀ ਪੈ ਗਈ। ਕੰਵਰ ਵਿਜੇ ਪ੍ਰਤਾਪ ਨੇ ਚਿੱਠੀ ਲਿਖੀ ਆ ਵੀ ਆਹ ਕੰਮ ਗਲਤ ਹੋਣ ਡਿਆ ਜੇ, ਇਸ ਨੂੰ ਸੁਧਾਰੋ। ਇਟ ਮੀਨਸ ਵੀ ਦੋਵਾਂ ਦਾ ਤਾਲਮੇਲ ਦੀ ਘਾਟ ਆ, ਤਾਂ ਹੀ ਚਿੱਠੀਆਂ ਲਿਖੀਆਂ ਜਾਂਦੀਆਂ ਵਾ। ਤੇ ਅਸੀਂ ਤੇ ਤੁਹਾਡੇ ਚੈਨਲ ਦੇ ਥਰੂ ਅਰਵਿੰਦ ਕੇਜਰੀਵਾਲ ਨੂੰ ਇਹ ਸੁਚੇਤ ਕਰਦੇ ਆ ਵੀ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਾ ਕਰੇ। ਅਜੇ ਇਹਨਾਂ ਨੇ 7 ਜਿਹੜੇ ਮੰਤਰੀ ਹੋਰ ਭਰਤੀ ਕਰਨੇ ਆ ਤੇ ਉਹਨਾਂ 7 ਦੇ ਵਿੱਚ ਜਿਹੜਾ ਹੋਮ ਮਿਨਿਸਟਰੀ ਦਾ ਪੋਰਟਫੋਲੀਓ ਆ ਉਹ ਕੰਵਰ ਵਿਜੇ ਪ੍ਰਤਾਪ ਕੋਲ ਜਾਣਾ ਚਾਹੀਦਾ ਵਾ। ਕਿਉਂਕਿ ਇਸ ਵੇਲੇ ਅੰਮ੍ਰਿਤਸਰ ਵਿੱਚ ਜਿੰਨੇ ਹਾਲਾਤ ਖਰਾਬ ਆ ਲਾਅ ਐਂਡ ਆਰਡਰ ਦੇ, ਹਾਂਜੀ, ਉਹ ਤਾਂ ਹੀ ਸੁਧਰ ਸਕਦੇ ਆ ਵੀ ਜੇ ਕੋਈ ਤਕੜਾ ਬੰਦਾ ਜਿਸ ਵਿੱਚ ਦ੍ਰਿੜ ਸ਼ਕਤੀ ਹੋਵੇ, ਇੱਛਾ ਸ਼ਕਤੀ ਹੋਵੇ, ਵਿਲ ਪਾਵਰ ਹੋਵੇ ਤੇ ਇਮਾਨਦਾਰ ਹੋਵੇ, ਉਹੀ ਬੰਦਾ ਹੱਲ ਕਰ ਸਕਦਾ ਵਾ। ਤੇ ਇਸ ਕਰਕੇ
ਕੰਵਰੀ ਵਿਜੇ ਪ੍ਰਤਾਪ ਨੂੰ ਉਹਦਾ ਬਣਦਾ ਥਾਂ ਜਿਹੜਾ ਵਾ ਉਹ ਦੇਣਾ ਬਣਦਾ। ਜੀ 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 ਬਿਲਕੁਲ। ਅਣਖੀ ਸਾਹਿਬ, ਨਸ਼ਿਆਂ ਦੀ ਗੱਲ ਕਰੀਏ ਤਾਂ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਵੀ ਕਈ ਰੈਲੀਆਂ ਜਾਂ ਕਈ ਤਰ੍ਹਾਂ ਦੇ ਬਿਆਨ ਜਿਹੜੇ ਆ ਉਹ ਜਾਰੀ ਕੀਤੇ ਜਾ ਰਹੇ ਆ, ਪਰ ਗਰਾਊਂਡ ਲੈਵਲ ਦੇ ਉੱਤੇ ਲੱਗਦਾ ਕਿ ਕਿਤੇ ਨਾ ਕਿਤੇ ਬਹੁਤ ਵੱਡੀ ਕਮੀ ਜਿਹੜੀ ਆ ਉਹ ਹੈਗੀ ਆ। ਕਈ ਜਗ੍ਹਾ ਦੇ ਉੱਤੇ ਤਾਂ ਐਸੀ ਚਰਚਾ ਵੀ ਛਿੜੀ ਆ ਕਿ ਬਿਊਰੋਕ੍ਰੇਸੀ ਜਿਹੜੀ ਆ ਉਹ ਸਰਕਾਰ ਦੇ ਅੱਖੇ ਨਹੀਂ ਲੱਗ ਰਹੀ, ਕਿਉਂਕਿ ਸਰਕਾਰ ਨੂੰ ਚਲਾਉਣਾ ਮੁੱਖ ਕੰਮ ਜਿਹੜਾ ਕਰਨਾ ਆ ਉਹ ਤਾਂ ਉਹਨਾਂ ਦਾ ਹੈ, ਕਿਉਂਕਿ ਉੱਤੋਂ ਆਰਡਰ ਜਿਹੜੇ ਆਉਣੇ ਆ ਅਗਾਂਹ ਉਹ ਬਹੁਤੀ ਜਿਹੜੀ ਆ ਉਹ ਗੱਲ ਨੂੰ ਗੌਲ ਨਹੀਂ ਰਹੇ। ਸੋ ਤੁਹਾਡਾ ਇਹਦੇ ਉੱਤੇ ਕੀ ਕਹਿਣਾ ਹੈ, ਕਿਉਂਕਿ ਨਸ਼ਿਆਂ ਨੂੰ ਲੈ ਕੇ ਬੜੀ ਵੱਡੀ ਪੰਜਾਬ ਦੀ ਸਮੱਸਿਆ ਜਿਹੜੀ ਆ ਉਹ ਹੈਗੀ ਆ। ਨੌਜਵਾਨ ਇੱਥੋਂ ਤੱਕ ਕਿ ਮੈਨੂੰ ਕੱਲ੍ਹ ਹੀ ਗੱਲ ਇੱਕ ਚੱਲ ਰਹੀ ਸੀ ਘਰੇ ਕਿ ਫਾਦਰ ਸਾਹਿਬ ਪਿੰਡ ਗਏ, ਕਹਿੰਦੇ ਉੱਥੇ ਇੱਕ ਮੁੰਡਾ ਵਾ ਉਹਦੇ ਇੰਨਾ ਬੁਰਾ ਹਾਲ ਹੈ ਟੀਕੇ ਲਾ ਲਾ ਕੇ ਕਿ ਸਰੀਰ ਹੀ ਸਾਰਾ ਜਿਹੜਾ ਗਲ ਗਿਆ। ਸੋ ਇਵੇਂ ਦੀ ਸਥਿਤੀ ਜਿਹੜੇ ਕਿਸੇ ਮਾਂ ਪਿਓ ਨੂੰ ਪਤਾ ਲੱਗਦਾ ਕਿ ਮੇਰੇ ਬੱਚੇ ਦਾ ਆਹ ਹਾਲਾਤ ਆ ਤਾਂ ਉਹਦੇ ਬੁਰੇ ਹਾਲ ਜਿਹੜੇ ਆ ਉਹ ਹੁੰਦੇ ਆ। ਗਿੱਲ ਸਾਹਿਬ, ਨਸ਼ਿਆਂ ਤੋਂ ਜੋ ਸਮੱਸਿਆਵਾਂ ਪੈਦਾ ਹੋ ਰਹੀਆਂ ਵਾ ਜੀ, ਕਿਸੇ ਪਰਿਵਾਰ ਤੋਂ ਸ਼ੁਰੂ ਕਰ ਲਈਏ ਜੀ, ਪਰਿਵਾਰ ਤੋਂ ਸ਼ੁਰੂ ਹੋ ਕੇ ਸਮਾਜ ਤੱਕ ਜਿਹੜੀਆਂ ਇਹ ਸਮੱਸਿਆਵਾਂ ਜਾ ਰਹੀਆਂ ਵਾ, ਹਾਂਜੀ, ਇਹ ਤੇ ਬੜੀਆਂ ਹੈਗੀਆਂ ਭਿਆਨਕ। ਜੀ, ਆ ਸਾਡੇ ਲਾਗੇ ਹੀ ਇੱਕ ਲੋਕੈਲਿਟੀ ਆ ਮਕਬੂਲਪੁਰਾ, ਜੀ, ਜੀ, ਜਿਹੜਾ ਕਿ ਸਾਰੇ ਇੰਡੀਆ ਵਿੱਚ ਬੜਾ ਬਦਨਾਮ ਹੋਇਆ ਤੇ ਅਖਬਾਰਾਂ ਵਾਲੇ ਇਸ ਨੂੰ ਕਲੋਨੀ ਆਫ ਵਿਡੋਜ਼ ਕਹਿੰਦੇ ਆ। ਜੀ, 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 ਜੀ। ਹੁਣ ਇੱਥੋਂ ਦੇ ਲੋਕਾਂ ਨਾਲ ਜੇ ਗੱਲ ਕਰੀਏ ਜੀ, ਉਹ ਸ਼ਰੇਆਮ ਕਹਿੰਦੇ ਆ ਵੀ ਜਿੰਨਾ ਮਰਜ਼ੀ ਤੇ ਜਦੋਂ ਮਰਜ਼ੀ ਨਸ਼ਾ ਲੈ ਲਓ। ਜੀ, ਫਿਰ ਉਹ ਵੀ ਕਹਿੰਦੇ ਆ ਵੀ ਇਹ ਪੁਲਿਸ ਦੀ ਮਿਲੀ ਭੁਗਤ ਨਾਲ ਨਸ਼ਾ ਜਿਹੜਾ ਵਿਕ ਰਿਹਾ। ਗੱਲ ਵੀ ਠੀਕ ਆ, ਮਕਬੂਲਪੁਰੇ ਦੇ ਵਿੱਚ ਥਾਣਾ ਹੋਵੇ ਹਾਂਜੀ, ਤੇ ਫਿਰ ਵੀ ਨਸ਼ਾ ਜਿੱਥੇ ਤੁਸੀਂ ਲੈ ਸਕਦੇ ਜੇ, ਇੱਥੋਂ ਤਾਂ ਆਪਾਂ ਮਤਲਬ ਵੀ ਸੋਚ ਸਕਦੇ ਆ। ਤੇ ਫਿਰ ਆਪਾਂ ਇਕੱਲੇ ਪੁਲਿਸ ਨੂੰ ਨਹੀਂ ਕਹਿੰਦੇ, ਇਹਦੇ ਵਿੱਚ ਇਹ ਜੋ ਸਾਡੇ ਰਾਜਨੀਤਿਕ ਲੋਕ ਆ ਉਹਨਾਂ ਦੀ ਸ਼ਹਿ ਆ, ਉਹਨਾਂ ਤੋਂ ਬਗੈਰ ਪੱਤਾ ਵੀ ਨਹੀਂ ਹਿਲ ਸਕਦਾ। ਹਾਂਜੀ, ਹੁਣ ਅਸੀਂ ਵੇਖ ਰਹੇ ਆ ਵੀ ਜਿੰਨੀਆਂ ਵੀ ਸਾਡੀਆਂ ਸਮੱਸਿਆਵਾਂ ਇਸ ਵੇਲੇ ਦਿਸ ਰਹੀਆਂ ਵਾ, ਜੇ ਹੁਣ ਆਪਾਂ ਨਸ਼ੇ ਦੀ ਆਪਾਂ ਗੱਲ ਕਰੀਏ ਤੇ ਆਪਾਂ ਕਿੰਨੇ ਚਿਰ ਤੋਂ ਉਰੇ ਵੇਖ ਰਹੇ ਆ ਵੀ ਵੱਡੇ ਵੱਡੇ ਜਿਹੜੇ ਰਾਜਨੀਤੀਵਾਨ ਆ ਇਹਦੇ ਵਿੱਚ ਇਨਵੋਲਵ ਆ। ਕਿਸੇ ਨੂੰ ਸਜ਼ਾ ਹੋਈ ਨਹੀਂ ਹੋਈ, ਕਿਸੇ ਦਾ ਵਿਰੁੱਧ ਕੋਈ ਦੋਸ਼ ਸਾਬਤ ਹੋਇਆ ਨਹੀਂ ਹੋਇਆ, ਪਰ ਲੋਕੀ ਸ਼ਰੇਆਮ ਨਾਂ ਲੈਣ ਡੇ ਉਹਨਾਂ ਦਾ। ਬਿਲਕੁਲ। ਤੇ ਇਸ ਕਰਕੇ ਹੁਣ ਜੇ ਆਪਾਂ ਨਾ ਮੇਰੀ ਸੋਚ ਥੋੜੀ ਜਿਹੀ ਵੱਖਰੀ ਆ ਕਿ ਆਪਾਂ ਅਫਸਰਸ਼ਾਹੀ ਨੂੰ ਦੋਸ਼ ਨਾ ਦਈਏ। ਅਫਸਰਸ਼ਾਹੀ ਤੇ ਇਹਨਾਂ ਦੇ ਹੱਥਾਂ ਦੀ ਇਸ ਵੇਲੇ ਇੱਕ ਖਿਡੌਣਾ ਬਣੀ ਆ। ਜਿਹੜੀਆਂ ਅਸਲੀ ਇਹ ਅਫਸਰਸ਼ਾਹੀ ਦੇ ਸਿਰਫ ਪੁਤਲੀਆਂ ਵਾ, ਨਚਾਉਣ ਵਾਲਿਆਂ ਨੂੰ ਰਾਜਨੀਤੀਵਾਨ ਆ। ਰਾਜਨੀਤੀਵਾਨ ਪਿਛਲੇ 20-25 ਸਾਲਾਂ ਤੋਂ ਇੰਨੇ ਜ਼ਿਆਦਾ ਪਾਵਰਫੁਲ ਹੋ ਗਏ ਆ, ਇੰਨੀ ਉਹਨਾਂ ਤਾਕਤ ਆਪਣੇ ਹੱਥਾਂ 'ਚ ਇਕੱਠੀ ਕਰ ਲਈ ਆ, ਆਪਣੇ ਖਜ਼ਾਨਾ ਉਹਨਾਂ ਨੇ ਆਪਣੇ ਘਰਾਂ 'ਚ ਪਾ ਲਿਆ। ਤੇ ਉਸ ਕਰਕੇ ਜਿਹੜੇ ਇਹ ਅਫਸਰਸ਼ਾਹੀ ਆ ਇਹ ਉਹਨਾਂ ਤੋਂ ਡਰਦੀ ਆ, ਕਿਉਂਕਿ ਸਰਕਾਰਾਂ ਕੋਲ ਬੜੀਆਂ ਵਿਜੀਲੈਂਸ ਹੈਗੀਆਂ ਵਾ, ਬੜੀ CBI ਹੈਗੀਆਂ ਵਾ। ਹਾਂਜੀ, ਜੇ ਕੋਈ ਫਰਜ਼ੀ ਕੀਤਾ ਅਫਸਰ ਉਹਨਾਂ ਦੇ ਮੁਤਾਬਕ ਨਹੀਂ ਚੱਲਦਾ ਤੇ ਉਸ ਨੂੰ ਕਾਬੂ ਕਰਨ ਵਿੱਚ, ਉਸ ਨੂੰ ਚਲਾਉਣ ਵਿੱਚ ਉਹਨਾਂ ਕੋਲ ਬੜੀਆਂ ਹੀ ਏਜੰਸੀਆਂ ਹੈਗੀਆਂ ਵਾ। ਉਹ ਵਿਚਾਰੇ ਆਪਣਾ ਟਾਈਮ ਪਾਸ ਕਰਦੇ ਫਿਰਦੇ ਆ। ਹੁਣ ਸਾਡੇ ਵਾਸਤੇ ਤੇ ਉਹ IAS IPS PCS ਬੜੀਆਂ ਵੱਡੀਆਂ ਹਸਤੀਆਂ ਵਾ, ਹੈਗੀਆਂ ਵੀ ਆ, ਕਿਉਂਕਿ ਜਿਹੜੇ ਮੋਸਟ ਇੰਟੈਲੀਜੈਂਟ ਬੰਦੇ ਹੁੰਦੇ ਆ ਨਾ, ਬਹੁਤ ਜਿਹੜੇ ਰੌਸ਼ਨ ਦਿਮਾਗ ਬੰਦੇ ਹੁੰਦੇ ਆ, ਉਹੋ ਹੀ ਇਹ ਕੰਪੀਟੀਸ਼ਨ ਹੱਲ ਕਰਕੇ ਆਉਂਦੇ ਆ। ਤੇ ਪਰੰਤੂ ਉਹਨਾਂ ਵੀ ਆਪਣਾ, ਉਹਨਾਂ ਦੇ ਪਰਿਵਾਰ ਵੀ ਹੈਗੇ ਆ, ਉਹਨਾਂ ਦੇ ਬੱਚੇ ਵੀ ਹੈਗੇ ਆ, ਉਹਨਾਂ ਨੇ ਸਮਾਜ 'ਚ ਰਹਿਣਾ ਵੀ ਹੈਗਾ ਵਾ। ਇਸ ਕਰਕੇ ਉਹਨਾਂ ਦੀਆਂ ਮਜਬੂਰੀਆਂ ਜਿਹੜੀਆਂ ਉਹ ਆਪਾਂ ਉਹਨਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਵਾ। ਇਸ ਕਰਕੇ ਇਹ ਇਕੱਲੇ ਅਫਸਰਸ਼ਾਹੀ ਨਹੀਂ। ਹੁਣ ਜਦੋਂ ਫਰਜ਼ੀ ਕੀਤਾ ਇਹ ਗੰਗਾ ਵਗਣ ਡਈ ਆ ਤੇ ਵਿੱਚੋਂ ਅਫਸਰ ਹੱਥ ਧੋ ਵੀ ਲੈਣ ਤੇ ਉਹਨੂੰ ਆਪਾਂ ਕੋਈ ਗੈਰ ਕੁਦਰਤੀ ਗੱਲ ਨਹੀਂ ਕਹਿ ਸਕਦੇ, ਪਰੰਤੂ ਗੰਗਾ ਵਹਾਉਣ ਵਾਲੇ ਜਿਹੜੇ ਹੈਗੇ ਆ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਆ। ਤੇ ਉਹ ਧਿਆਨ ਪਤਾ ਨਹੀਂ ਦਿੱਤਾ ਜਾਵੇ ਕਿ ਨਾ ਦਿੱਤਾ ਜਾਵੇ, ਕਿਉਂਕਿ ਰਾਜ ਸ਼ਕਤੀ, ਕਾਨੂੰਨ ਸ਼ਕਤੀ, ਸਾਰੀ ਪ੍ਰਬੰਧਕੀ ਸ਼ਕਤੀ ਉਹਨਾਂ ਦੇ ਹੱਥਾਂ 'ਚ ਹੈਗੀ ਆ। ਇਸ ਕਰਕੇ ਇਹ ਤੇ ਗੱਲਾਂ ਕਰ ਲੱਗਿਆ ਕਿਸੇ ਵੇਲੇ ਸੋਚਣਾ ਪੈਂਦਾ ਵਾ ਵੀ ਹਿਸਾਬ ਨਾਲ ਗੱਲ ਕੀਤੀ ਜਾਵੇ। ਪਤਾ ਨਹੀਂ ਕਿਸੇ ਨੇ ਕੀ ਹੋ ਜਾਣਾ ਕੀ ਨਹੀਂ ਹੋ ਜਾਣਾ, ਕਿਹਦੇ ਕੰਨ ਤੱਕ ਕੀ ਗੱਲ ਪਹੁੰਚ ਜਾਣੀ ਆ। ਇਸ ਕਰਕੇ ਸਮਾਂ ਜਿਹੜਾ ਨਾ ਉਹ ਬਹੁਤਾ ਖੁਸ਼ਗਵਾਰ ਨਹੀਂ ਹੈਗਾ, ਖਤਰਨਾਕ ਹੈ। ਜੀ 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 ਬਿਲਕੁਲ। ਅਣਖੀ ਸਾਹਿਬ, ਗੱਲ ਕਰੀਏ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਜਿਹੜੀ ਆ ਉਹ 1 ਸਾਲ ਦੀ ਜੇਲ੍ਹ ਜਿਹੜੀ ਆ ਉਹ ਹੋਈ ਆ, ਕਿਵੇਂ ਦੇਖਦੇ ਹੋ ਇਸ ਘਟਨਾਕ੍ਰਮ ਨੂੰ ਸਾਰੇ ਨੂੰ? ਕਿਉਂਕਿ ਪਹਿਲਾਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ, ਹੁਣ ਜੇਲ੍ਹ ਜਿਹੜੀ ਆ ਉਹ ਹੋ ਗਈ। ਮਾਮਲਾ ਜਿਹੜਾ ਆ 1988 ਦਾ ਦੱਸਿਆ ਜਾ ਰਿਹਾ ਆ। ਸੋ ਕਿਵੇਂ ਇਸ ਸਾਰੇ ਵਰਤਾਰੇ ਨੂੰ ਜਿਹੜਾ ਦੇਖ ਰਹੇ ਹੋ? ਜਿਹੜਾ ਕੇਸ ਸੀ ਦਾ ਜਿਹੜਾ ਨਵਜੋਤ ਸਿੰਘ ਸਿੱਧੂ 'ਤੇ ਪਿਆ ਸੀ, ਇਹ ਬੜੇ ਚਿਰ ਤੋਂ ਲੱਗਣ ਡਿਆ ਸੀ ਵੀ ਜਿਸ ਤਰ੍ਹਾਂ ਕੱਚੇ ਧਾਗੇ ਨਾਲ ਤਲਵਾਰ ਬੱਧੀ ਹੋਵੇ ਤੇ ਪਤਾ ਨਹੀਂ ਉਹਨੇ ਕਦੋਂ ਡਿੱਗਣਾ ਕਦੋਂ ਨਹੀਂ ਡਿੱਗਣਾ।
ਚਲੋ ਅਖੀਰ ਡਿੱਗੀ ਪਈ ਆ ਜੀ, ਡਿੱਗਣਾ ਸੀ ਇਹਨੇ। ਤੇ ਕਿਉਂਕਿ ਇਹਨਾਂ ਰਾਜਨੀਤਿਕ ਲੋਕਾਂ ਦੇ ਜਿਹੜੇ ਫੈਸਲੇ ਆ ਨਾ ਜੀ, ਉਹ ਬੜੇ ਹੋਰ ਢੰਗ ਤਰੀਕੇ ਨਾਲ ਹੁੰਦੇ ਆ। ਹਾਂਜੀ ਇਸ ਵੇਲੇ ਜੋ ਸਿੱਧੂ ਸਾਹਿਬ ਦੀ ਹੈਗੀ ਸੀ ਪੋਜੀਸ਼ਨ, ਹਾਂਜੀ ਉਹ ਇਸ ਤਰ੍ਹਾਂ ਦੀ ਹੈਗੀ ਸੀ ਵੀ ਆਸ ਕੀਤੀ ਜਾਂਦੀ ਸੀ ਵੀ ਇਹ ਹੁਣ ਜਿਹੜਾ ਤਲਵਾਰ ਉਹਨਾਂ ਤੇ ਡਿੱਗਣੀ ਆ, ਜੀ ਜੀ ਡੇਗੀ ਪਈ ਆ। ਤੇ ਵੈਸੇ ਜੋ ਸਿੱਧੂ ਸਾਹਿਬ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੇ ਵਿੱਚ ਜੋ ਉਹਨਾਂ ਦੀ ਬਹੁਤ ਹੀ ਇਤਿਹਾਸਕ ਮਹੱਤਵਪੂਰਨ ਭੂਮਿਕਾ ਸੀ, ਹਾਂਜੀ ਉਸ ਕਰਕੇ ਉਹ ਲੋਕਾਂ ਦੇ ਵਿੱਚ ਹਾਲੇ ਵੀ ਹਰਮਨ ਪਿਆਰੇ ਹੈਗੇ ਆ। ਜੀ। ਫਿਰ ਉਹਨਾਂ ਤੇ ਅੱਜ ਤੱਕ ਆਪਾਂ ਵੇਖ ਸਕਦੇ ਆ ਵੀ ਕੋਈ ਭ੍ਰਿਸ਼ਟਾਚਾਰ ਦਾ, ਹਾਂਜੀ ਹਾਂਜੀ, ਕੋਈ ਨਜਾਇਜ਼ ਕਿਸੇ ਕਬਜ਼ੇ ਦਾ, ਜੀ, ਕਿਸੇ ਪੈਸੇ ਧੇਲੇ ਦੀ ਨਜਾਇਜ਼ ਲੈਣ ਦੇਣ ਦਾ, ਉਹਨਾਂ ਦੇ ਖਿਲਾਫ ਅੱਜ ਤੱਕ ਸਾਨੂੰ ਕੋਈ ਇਹ ਖਬਰ ਜਾਂ ਕੇਸ ਨਜ਼ਰ ਨਹੀਂ ਆਇਆ। ਜੀ, ਉਹ ਇੱਕ ਆਪਾਂ ਕਹਿ ਸਕਦੇ ਦੁੱਧ ਧੋਤੇ ਇਮਾਨਦਾਰ ਰਾਜਨੀਤੀਵਾਨ ਆ। ਜੀ, ਇਹ ਇਨਸਾਨ ਵਿੱਚ ਕੁਝ ਚੰਗਿਆਈਆਂ ਦੇ ਨਾਲ ਨਾਲ ਥੋੜ੍ਹੇ ਜਿਹੇ ਨੁਕਸ ਵੀ ਹੁੰਦੇ ਆ। ਜੀ, ਤੇ ਚਲੋ ਆਪਾਂ ਉਹਨਾਂ ਦੀ ਚੰਗਿਆਈਆਂ ਨੂੰ ਜੇ ਫਰਜ਼ੀਤਾ ਮੁੱਖ ਰੱਖੀਏ ਤਾਂ ਮੈਂ ਤਾਂ ਨਾ ਵੀ ਚਲੋ ਇਹ ਵੀ ਗੱਲ ਪਾਸੇ ਲੱਗੀ, ਹਾਂਜੀ ਫਿਕਰ ਲੱਥਾ, ਜੋ ਹੋਣਾ ਹੀ ਹੋ ਗਿਆ। ਜੀ, ਤੇ ਇਹ ਆਪਣਾ ਉੱਥੇ ਜਿਹੜਾ ਸਮਾਂ ਹੈਗਾ ਜੇਲ੍ਹ ਦਾ ਉਹ ਠੀਕ ਠਾਕ ਪਾਸ ਕਰਕੇ ਤੇ ਲੋਕਾਂ ਵਿੱਚ ਆਣ ਕੇ ਆਪਣੀ ਥਾਂ ਬਣਾਉਣ। ਜੀ। ਅਣਖੀ ਸਾਹਿਬ, ਜਿਵੇਂ ਹੁਣ ਗੱਲ ਚੱਲ ਰਹੀ ਸੀਗੀ ਪੰਜਾਬ ਦੇ ਵਿੱਚ ਬਦਲਵੀਂ ਖੇਤੀ ਦੀ ਗੱਲ ਚੱਲ ਰਹੀ ਆ, ਹੁਣ ਸਿੱਧੀ ਬਿਜਾਈ ਦੀ ਜਿਹੜੀ ਉਹ ਵੀ ਕਹਿ ਰਹੇ ਕਿ ਉਹ ਕੀਤੀ ਜਾਵੇ, ਝੋਨਾ ਜਿਹੜਾ ਪਾਣੀ ਜਿਹੜਾ ਬਹੁਤ ਲੱਗ ਰਿਹਾ, ਉਸ ਦੇ ਨਾਲ ਨਾਲ ਬਦਲਵੀਂ ਖੇਤੀ ਦੇ ਉੱਤੇ ਕਹਿੰਦੇ ਆ ਕਿ ਰੇਟ ਨਹੀਂ ਚੰਗਾ ਮਿਲਦਾ, ਰਿਸਕ ਹੁੰਦਾ ਕਿਸਾਨ ਵਾਸਤੇ। ਪਰ ਇਹ ਗੱਲ ਕਰੀਏ ਤਾਂ ਸੈਂਟਰ ਗਵਰਨਮੈਂਟ ਨੇ ਜਿਹੜਾ ਆ ਉਹ ਅਨਾਉਂਸਮੈਂਟ ਕੀਤੀ ਆ ਕਿ ਮੂੰਗੀ ਦੇ ਉੱਤੇ MSP ਜਿਹੜੀ ਦਿੱਤੀ ਜਾਏਗੀ, ਸੈਂਟਰ ਗਵਰਨਮੈਂਟ ਜਿਹੜੀ ਆ ਉਹਨੂੰ ਖਰੀਦੇਗੀ। ਸੋ ਉਹਦੇ ਨਾਲ ਥੋੜੀ ਜੀ ਪੰਜਾਬ ਗਵਰਨਮੈਂਟ ਵਾਸਤੇ ਵੀ ਰਾਹਤ ਦੀ ਖਬਰ ਹੈਗੀ ਆ, ਤੇ ਨਾਲ ਦੀ ਨਾਲ ਜਿਹੜੇ ਪੰਜਾਬ ਦੇ ਕਿਸਾਨ ਨੇ ਜਿਨ੍ਹਾਂ ਨੇ ਇਸ ਵਾਰ ਰਕਬਾ ਕਹਿੰਦੇ ਆ ਕਿ ਦੁੱਗਣਾ ਜਿਹੜਾ ਆ ਉਹ ਮੂੰਗੀ ਦੇ ਹੇਠ ਜਿਹੜਾ ਆਇਆ ਵਾ, ਉਹਨਾਂ ਵਾਸਤੇ ਵੀ ਚੰਗੀ ਖਬਰ ਹੈਗੀ ਹੈ ਕਿ ਚੰਗਾ ਭਾਅ ਜਿਹੜਾ ਉਹਦਾ ਮਿਲ ਸਕਦਾ ਤੇ ਗਾਂ ਨੂੰ ਹੋਰ ਲੋਕ ਉਤਸ਼ਾਹਿਤ ਜਿਹੜੇ ਆ ਹੋ ਸਕਦੇ ਇਸ ਪਾਸੇ। ਗਿੱਲ ਸਾਹਿਬ, ਮੈਂ ਭਗਵੰਤ ਮਾਨ ਜਿਹੜੇ ਸਾਡੇ ਆ ਜਿਹੜੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਆ ਜੀ, ਇਹਨਾਂ ਦਾ ਜੋ ਕੁਦਰਤੀ ਵਾਤਾਵਰਨ ਨੂੰ ਬਚਾਉਣ ਬਾਰੇ ਜੋ ਯਤਨ ਕਰ ਰਿਹਾ ਬਹੁਤ ਹੀ ਸ਼ਲਾਘਾਯੋਗ ਹੈ। ਹਾਂਜੀ, ਹੁਣ ਇਹਨਾਂ ਨੇ ਕਿਸਾਨਾਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਵਾ ਵੀ ਕੱਦੂ ਕਰਨ ਦੀ ਬਜਾਏ ਹਾਂਜੀ ਸਿੱਧਾ ਝੋਨਾ ਲਾਇਆ ਜਾਵੇ, ਹਾਂਜੀ ਤੇ ਉਹਦੀਆਂ ਕੋਈ ਤਰੀਕਾ ਵੀ ਨਿਸ਼ਚਿਤ ਕੀਤੀਆਂ ਵਾ। ਹਾਂਜੀ ਤੇ ਕਿਸਾਨਾਂ ਨੂੰ ਇਹਨਾਂ ਨੇ ਆਪਣੇ ਭਰੋਸੇ 'ਚ ਵੀ ਲੈ ਲਿਆ, ਜਿਹੜੀ ਇਹਨਾਂ ਦੀ ਪਿੱਛੇ ਜਿਹੀ ਮੀਟਿੰਗ ਹੋਈ ਆ। ਹਾਂਜੀ। ਤੇ ਦੂਸਰੀ ਗੱਲ ਜਿਹੜੀ ਕੇਂਦਰ ਸਰਕਾਰ ਨੇ ਕੀਤੀ ਆ ਕਿ ਮੂੰਗੀ ਦੀ MSP ਦਿੱਤੀ ਆ, ਇਹ ਵੀ ਭਗਵੰਤ ਮਾਨ ਨੇ ਉਹਨਾਂ ਨੂੰ ਜਾ ਕੇ ਰਿਕੁਐਸਟ ਕੀਤੀ। ਭਗਵੰਤ ਮਾਨ ਦੀ ਵੀ ਸਿਫਤ ਆ ਤੇ ਕੇਂਦਰ ਸਰਕਾਰ ਵੀ ਜਿਹੜੀ ਆ ਉਹ ਇਹ ਸੋਭਾ ਦੀ ਹੱਕਦਾਰ ਆ ਕਿ ਉਹਨਾਂ ਨੇ ਉਹਦੀ ਬਹੁਤ ਹੀ ਜਾਇਜ਼ ਮੰਗ ਨੂੰ ਪਹਿਲੀ ਮੀਟਿੰਗ ਦੇ ਵਿੱਚ ਹੀ ਮੰਨ ਲਿਆ, ਜਿਸ ਨਾਲ ਪੰਜਾਬ ਵਿੱਚ ਜੋ ਮੂੰਗੀ ਦੀ ਕਾਸ਼ਤ ਹੇਠ ਰਕਬਾ ਆਊਗਾ ਤੇ ਕੁਦਰਤੀ ਆ ਵੀ ਝੋਨੇ ਦੀ ਕਾਸ਼ਤ ਹੇਠ ਰਕਬਾ ਘਟੂਗਾ ਤੇ ਜਿਹੜਾ ਪਾਣੀ ਧਰਤੀ ਹੇਠੋਂ ਖਿੱਚਿਆ ਜਾ ਰਿਹਾ ਵਾ ਉਹਦੀ ਬਚਤ ਹੋਊਗੀ। ਅਸੀਂ ਤੇ ਇਹ ਵੀ ਚਾਹੁੰਦੇ ਆ ਵੀ ਜਿਹੜੀਆਂ ਦੂਸਰੀਆਂ ਫਸਲਾਂ ਜਿਸ ਤਰ੍ਹਾਂ ਮੱਕੀ ਆ ਜਾਂ ਸੂਰਜਮੁਖੀ ਆ, ਤੇਲ ਦੇ ਬੀਜ ਆ ਜਿਹੜੇ ਬਾਹਰਲੇ ਦੇਸ਼ਾਂ 'ਚੋਂ ਮੰਗਾ ਰਹੇ ਆ ਤੇਲ, ਇਹਨਾਂ ਦੀ ਵੀ MSP ਦਿੱਤੀ ਜਾਵੇ ਤਾਂ ਕਿ ਲੋਕ ਵੱਧ ਤੋਂ ਵੱਧ ਸਰੋਂ ਬੀਜਣ, ਤੋਰੀਆ ਬੀਜਣ, ਮਕਈ ਬੀਜਣ, ਜਵਾਰ ਬੀਜਣ ਜੀ, ਤੇ ਜਿਹੜੇ ਛੋਲੇ ਵਗੈਰਾ ਜਿਹੜੇ ਆ ਇਹ ਵੀ ਬੀਜਣ, ਇਹਨਾਂ ਤੇ ਵੀ MSP ਦਿੱਤੀ ਜਾਵੇ। ਤੇ ਪੰਜਾਬ ਦਾ ਭਵਿੱਖ ਜਿਹੜਾ ਵਾ ਇਸ ਵੇਲੇ ਜੋ ਇਹ ਬੜਾ ਖਤਰਨਾਕ ਜਾਪ ਰਿਹਾ ਵਾ, ਉਹ ਉਸ ਦੀ ਸੰਭਾਲ ਹੋ ਸਕਦੀ ਆ, ਕਿਉਂਕਿ ਜੇ ਪਾਣੀ ਆ ਤੇ ਜੀਵਨ ਆ, ਜੇ ਪਾਣੀ ਸਾਡਾ ਧਰਤੀ ਹੇਠ ਨਾ ਰਿਹਾ ਤੇ ਫਿਰ ਕੀ ਹੋਊਗਾ। ਮੈਂ ਤਾਂ ਸਮਝਦਾ ਵੀ ਖੇਤੀਬਾੜੀ ਦੇ ਨਾਲ ਨਾਲ ਲੋਕਾਂ ਨੂੰ ਸੁਚੇਤ ਕਰਨਾ ਚਾਹੀਦਾ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਪਾਣੀ ਦੀਆਂ ਟੈਂਕੀਆਂ ਲੱਗੀਆਂ ਵਾ, ਟੂਟੀਆਂ ਨਹੀਂ ਹੈਗੀਆਂ, ਪਾਣੀ ਸਾਰੀ ਦਿਹਾੜੀ ਫਜ਼ੂਲ ਵਗਦਾ ਰਹਿੰਦਾ ਵਾ, ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਵਾ। ਤੇ ਜੇ ਸਰਕਾਰ ਹੁਣ ਬਿਲਕੁਲ ਹੀ ਆਪਾਂ ਕਹਿੰਦੇ ਆ ਵੀ ਇਸ ਪ੍ਰਤੀ ਇਮਾਨਦਾਰ ਹੈਗੀ ਆ ਤੇ ਉਹਨਾਂ ਨੂੰ ਜਿਹੜੇ ਘਰਾਂ 'ਚ ਸਮਰਸੀਬਲ ਪੰਪ ਲੱਗੇ ਆ ਇਹਨਾਂ ਤੇ ਵੀ ਕਿਸੇ ਕਿਸਮ ਦੀ ਬੰਦਸ਼ ਲਾਉਣੀ ਚਾਹੀਦੀ ਆ, ਕਿਉਂਕਿ ਸ਼ਹਿਰਾਂ ਦੇ ਵਿੱਚ ਵੀ ਇਹ ਕਮੇਟੀ ਦਾ ਪਾਣੀ ਲੋਕਾਂ ਦੇ ਘਰਾਂ 'ਚ ਆ ਰਿਹਾ ਤੇ ਫਿਰ ਵੀ ਲੋਕਾਂ ਸਮਰਸੀਬਲ ਪੰਪ ਲਵਾਏ ਆ ਤੇ ਸ਼ਹਿਰਾਂ 'ਚ ਬੋਰ ਆ। ਹਾਂ, ਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਇਹ ਲਗਭਗ ਸਾਰੇ ਪਿੰਡਾਂ ਦੇ ਵਿੱਚ ਸਰਕਾਰੀ ਪਾਣੀ ਦਾ ਪ੍ਰਬੰਧ ਹੈਗਾ, ਟੈਂਕੀਆਂ ਲੱਗੀਆਂ ਵਾ ਤੇ ਫਿਰ ਵੀ ਲੋਕਾਂ ਨੇ ਨਾ ਜਿਹੜੇ ਉੱਥੇ ਸਮਰਸੀਬਲ ਬੋਰ ਕਰਾਏ ਆ ਤੇ ਉੱਥੇ ਆਟੋਮੈਟਿਕ ਜਿਹਾ ਉਹਨਾਂ ਦਾ ਸਿਸਟਮ ਲੱਗਾ ਵਾ। ਫਿਰ ਖਾਸ ਤੌਰ ਤੇ ਜਿਹੜੀ ਬਿਜਲੀ ਫ੍ਰੀ ਆ, ਇਹਦੇ ਕਰਕੇ ਤੇ ਲੋਕਾਂ ਨੂੰ ਫਿਕਰ ਹੀ ਨਹੀਂ ਹੋਗਾ। ਇਸ ਕਰਕੇ ਲੋਕਾਂ ਨੂੰ ਸੁਚੇਤ ਕਰਨਾ ਚਾਹੀਦਾ ਵਾ ਤੇ ਸਮਰਸੀਬਲ ਜਿਹੜੇ ਪੰਪ ਆ ਇਹਨਾਂ ਬਾਰੇ ਸਰਕਾਰ ਨੂੰ ਕੋਈ ਨੀਤੀ ਬਣਾਉਣੀ ਚਾਹੀਦੀ ਆ ਤੇ ਫਿਰ ਹੀ ਸਾਡੇ ਜਿਹੜਾ ਵਾ ਉਹ ਸਾਡੀ ਜਿਹੜੀਆਂ ਅਗਲੀਆਂ ਜਨਰੇਸ਼ਨਸ ਹੈਗੀਆਂ, ਸਾਡੇ ਅਗਲੇ ਜਿਹੜੇ ਪੀੜ੍ਹੀਆਂ ਵਾ ਉਹਨਾਂ ਵਾਸਤੇ ਫਿਰ ਹੀ ਭਵਿੱਖ ਜਿਹੜਾ ਵਾ ਉਹ
ਠੀਕ ਠਾਕ ਰਹੂਗਾ। ਨਹੀਂ ਤੇ ਇਸ ਵੇਲੇ ਜੋ ਹਾਲਾਤ ਹੈ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਸਾਇੰਸਦਾਨਾਂ ਨੇ ਕਿਹਾ ਤਾਂ ਵੀ 2017 ਤੱਕ ਪਾਣੀ ਹੈਗਾ ਜੇ ਤੇ ਮੁੜ ਕੇ ਪਾਣੀ ਨਹੀਂ ਮਿਲਣਾ ਤੁਹਾਨੂੰ ਜੀ। ਬਿਲਕੁਲ ਅਣਖੀ ਸਾਹਿਬ, ਜੇ ਗੱਲ ਕਰੀਏ ਤੇਲ ਦੀਆਂ ਕੀਮਤਾਂ ਦੀ ਤਾਂ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਕਾਫੀ ਰਿਆਇਤ ਜਿਹੜੀ ਆ ਉਹ ਕੀਤੀ, ਕਿਉਂਕਿ ਲਗਾਤਾਰ ਹੀ ਵੱਧ ਰਹੀਆਂ ਸੀ। ਇਹਦੇ ਉੱਤੇ ਬੜੀ ਚਰਚਾ ਸੀਗੀ, ਕਈ ਤਰ੍ਹਾਂ ਦੇ ਲੋਕ ਸਵਾਲ ਜਿਹੜੇ ਆ ਚੁੱਕ ਰਹੇ ਸੀਗੇ। ਸਿਲੰਡਰ ਵੀ ਜਿਹੜਾ ਆ ਉਹ ਵੀ ਮਹਿੰਗਾ ਹੋਇਆ ਸੀਗਾ, ਉਹਦੇ ਉੱਤੇ ਵੀ ਹੁਣ ਸਬਸਿਡੀ ਦਾ ਐਲਾਨ ਹੋਇਆ ਆ। ਤੇ ਜਦੋਂ ਸਰਕਾਰ ਮਹਿੰਗਾਈ ਵੱਧਦੀ ਆ ਉਦੋਂ ਕੰਨ ਨਹੀਂ ਕਰਦੀ, ਉਦੋਂ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਜਾਂਦਾ। ਤੇ ਜਦੋਂ ਕੋਈ ਨਾ ਕੋਈ ਰੇਟ ਘਟਾਉਂਦੇ ਆ ਕਿਸੇ ਚੀਜ਼ ਦਾ ਤਾਂ ਉਦੋਂ ਕਹਿ ਦਿੰਦੇ ਅਸੀਂ ਤਾਂ ਲੋਕਾਂ ਵਾਸਤੇ ਹੀ ਆ। ਇਸ ਤਰ੍ਹਾਂ ਦੇ ਬਿਆਨ ਜਿਹੜੇ ਆ ਉਹ ਆ ਰਹੇ। ਕਿਵੇਂ ਦੇਖ ਰਹੇ ਹੋ ਇਹ ਤੇਲ ਦੀਆਂ ਕੀਮਤਾਂ ਜਿਹੜੀਆਂ ਘਟਾਈਆਂ ਗਈਆਂ ਨੇ ਬੀਤੇ ਕੱਲ? ਗਿੱਲ ਸਾਹਿਬ, ਚਲੋ ਊੜ ਤੋਂ ਛਾਨਣੀ ਤਾਂ ਲਈ ਆ ਨਾ ਜੀ। ਹਾਂਜੀ, ਇਸ ਕਰਕੇ ਇਹ 7-8 ਰੁਪਏ ਤੇਲ ਡੀਜ਼ਲ ਤੇ ਜਿਹੜਾ ਆਪਣਾ ਸਿਲੰਡਰ ਆ ਉਹਦੇ ਵਿੱਚ ਤੇ ਕਾਫੀ 200 ਰੁਪਏ ਘੱਟ ਕੀਤਾ ਇਹਨਾਂ ਨੇ। ਇਹ ਸਵਾਗਤਯੋਗ ਕਦਮ ਆ ਤੇ ਸਰਕਾਰ ਨੂੰ ਚਾਹੀਦਾ ਵਾ ਵੀ ਤੇਲ ਦੀਆਂ ਜਿਹੜੀਆਂ ਕੀਮਤਾਂ ਵਾ ਨਾ ਉਹਨਾਂ ਨੂੰ ਐਸੇ ਢੰਗ ਨਾਲ ਉਹ ਕੰਟਰੋਲ ਕਰੇ ਕਿ ਜਿਹੜੀਆਂ ਕੰਪਨੀਆਂ ਵਾ ਉਹ ਰੋਜ਼ ਹੀ ਕੀਮਤਾਂ 80 ਪੈਸੇ 50 ਪੈਸੇ ਵਧਾਈ ਜਾਂਦੀਆਂ ਵਾ। ਇਹ ਜਿਸ ਤਰ੍ਹਾਂ ਸਰਕਾਰ ਪਹਿਲਾਂ ਕਦੇ 2-4-6 ਮਹੀਨੇ 10-20 ਪੈਸੇ ਵੱਧਦੇ ਹੁੰਦੇ ਸੀ, ਉਸ ਤਰ੍ਹਾਂ ਦੀ ਨੀਤੀ ਜਿਹੜੀ ਲਾਗੂ ਕਰੇ ਤੇ ਕੰਪਨੀਆਂ ਨੂੰ ਜੋ ਉਹਨਾਂ ਖੁੱਲ੍ਹ ਦਿੱਤੀ ਆ ਉਹ ਖੁੱਲ੍ਹ ਇਹਨਾਂ ਨੂੰ ਵਾਪਸ ਲੈ ਲੈਣੀ ਚਾਹੀਦੀ ਆ। ਤੇ ਤੇਲ ਦਾ ਪ੍ਰਬੰਧ ਸਰਕਾਰਾਂ ਆਪਣੇ ਹੱਥਾਂ 'ਚ ਕਰਨ ਤਾਂ ਕਿ ਤੇਲ ਤੇ ਹਰ ਇੱਕ ਬੰਦੇ ਦੀ ਲੋੜ ਆ। ਤੇ ਫਿਰ ਸੈਕੰਡਲੀ ਜਿਹੜੀ ਮਹਿੰਗਾਈ ਆ ਉਹ ਵੀ ਬੜੀ ਇਸ ਤੇਲ ਦੀ ਕੀਮਤ ਤੇ ਨਿਰਭਰ ਕਰਦੀ ਆ। ਜੇ ਆਪਾਂ ਚਾਹੁੰਦੇ ਆ ਵੀ ਲੋਕ ਜਿਹੜੇ ਮਹਿੰਗਾਈ ਪੱਖੋਂ ਸੁੱਖ ਦਾ ਸਾਹ ਲੈਣ ਤੇ ਸਰਕਾਰ ਨੂੰ ਇਹ ਚੀਜ਼ਾਂ ਜਿਹੜੀਆਂ ਵਾ ਆਪਣੇ ਹੱਥ 'ਚ ਰੱਖਣੀਆਂ ਚਾਹੀਦੀਆਂ ਵਾ, ਕੰਪਨੀਆਂ ਨੂੰ ਪੂਰੀ ਖੁੱਲ੍ਹ ਨਹੀਂ ਦੇਣੀ ਬਣਦੀ। ਜੀ ਬਿਲਕੁਲ। ਅਣਖੀ ਸਾਹਿਬ, ਅੱਗੇ ਆਪਾਂ ਚਰਚਾ ਜਿਹੜੀ ਆ ਉਹ ਕਰਾਂਗੇ ਹੁਣ ਦਰਸ਼ਕੋ ਬ੍ਰੇਕਫਾਸਟ ਸ਼ੋਅ ਦੇ ਵਿੱਚ। ਚਰਚਾ ਜਿਹੜੀ ਆ ਉਹ ਅੰਮ੍ਰਿਤਸਰ ਦੇ ਕੁਝ ਮੁੱਦਿਆਂ ਦੇ ਉੱਤੇ ਵੀ ਕਰਾਂਗੇ, ਕਿਉਂਕਿ ਦੁਨੀਆ ਦੇ ਹਰੇਕ ਕੋਨੇ ਦੇ ਵਿੱਚ ਬੈਠਾ ਹੋਇਆ ਕੋਈ ਵੀ ਸਿੱਖ, ਕੋਈ ਵੀ ਪੰਜਾਬੀ ਜਦੋਂ ਵੀ ਭਾਰਤ ਆਉਂਦਾ ਆ, ਪੰਜਾਬ ਆਉਂਦਾ ਆ, ਤਾਂ ਉਹਨੂੰ ਇਹੀ ਖਿੱਚ ਹੁੰਦੀ ਆ ਕਿ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਜ਼ਰੂਰ ਹੋਵਾਂ, ਜਾ ਕੇ ਉੱਥੇ ਮੱਥਾ ਜ਼ਰੂਰ ਟੇਕ ਕੇ ਆਵਾਂ, ਪਵਿੱਤਰ ਨਗਰੀ ਦੇ ਵਿੱਚ ਜਿਹੜਾ ਆ ਉਹ ਆਵਾਂ। ਪਰ ਕੀ ਵਾਕਿਆ ਹੀ ਇੱਥੇ ਸਰਕਾਰਾਂ ਧਿਆਨ ਦੇ ਰਹੀਆਂ ਨੇ? ਸਾਫ਼ ਸਫਾਈ ਦੀ ਗੱਲ ਕਰੀਏ, ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੀ ਗੱਲ ਕਰੀਏ, ਉਹਦੇ ਉੱਤੇ ਵੀ ਅਸੀਂ ਅਣਖੀ ਸਾਹਿਬ ਤੋਂ ਜਿਹੜਾ ਆ ਉਹ ਜਾਣਾਂਗੇ ਕਿ ਕੀ ਸਮੱਸਿਆਵਾਂ ਅੰਮ੍ਰਿਤਸਰ ਦੀਆਂ ਜਿਹੜੀਆਂ ਆ ਉਹ ਹੈਗੀਆਂ ਨੇ। ਤੇ ਅਣਖੀ ਸਾਹਿਬ ਜਿਹੜੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਨੇ, ਉਹ ਕਾਫੀ ਕੰਮ ਜਿਹੜੇ ਅੰਮ੍ਰਿਤਸਰ ਵਿਕਾਸ ਮੰਚ ਜਿਹੜਾ ਆ ਉਹ ਅੰਮ੍ਰਿਤਸਰ ਸ਼ਹਿਰ ਵਾਸਤੇ ਕਰ ਰਿਹਾ ਆ, ਪਹਿਲਾਂ ਵੀ ਕਰ ਚੁੱਕਿਆ ਤੇ ਅਗਾਂਹ ਵੀ ਯਤਨਸ਼ੀਲ ਜਿਹੜਾ ਆ ਉਹ ਹੈਗਾ ਆ। ਸੋ ਇਹਦੇ ਉੱਤੇ ਵੀ ਥੋੜ੍ਹੀ ਜਿਹੀ ਚਰਚਾ ਕਰਦੇ ਹਾਂ। ਅਣਖੀ ਸਾਹਿਬ, ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਅੰਮ੍ਰਿਤਸਰ ਦੇ ਵਿੱਚ ਕੀ ਬਣੀ ਹੋਈ ਆ? ਖਾਸ ਤੌਰ 'ਤੇ ਗੱਲ ਕਰੀਏ ਤਾਂ ਟੂਰਿਸਟ ਜਦੋਂ ਆਉਂਦੇ ਆ ਤਾਂ ਬੜਾ ਬੁਰਾ ਹਾਲਾਤ ਜਿਹੜਾ ਦੇਖਣ ਨੂੰ ਮਿਲਦਾ। ਰਸਤਿਆਂ ਦੇ ਵਿੱਚ ਵੀ ਗਾਰਬੇਜ ਜਿਹੜਾ ਆ ਉਹ ਖਿਲ ਰਿਹਾ, ਹੋਰ ਕਈ ਤਰ੍ਹਾਂ ਦਾ ਜਿਹੜਾ ਸਮਾਨ। ਤੇ ਖਾਸ ਤੌਰ ਦੇ ਉੱਤੇ ਜਦੋਂ ਦਰਬਾਰ ਸਾਹਿਬ ਵਾਲੇ ਉਸ ਹੈਰੀਟੇਜ ਸਟਰੀਟ ਦੇ ਵਿੱਚ ਐਂਟਰ ਹੋਈਦਾ ਤਾਂ ਉੱਥੇ ਬੜਾ ਜਿਹੜਾ ਮਾਹੌਲ ਆ, ਇੱਕ ਰੇਹੜੀਆਂ ਬਾਹਰ ਤੱਕ ਆ ਕੇ ਜਿਹੜੀਆਂ ਆ ਉਹ ਲਗਾ ਦਿੱਤੀਆਂ ਗਈਆਂ ਨੇ, ਮੰਗਤੇ ਬਹੁਤ ਹੋ ਗਏ ਨੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਚਰਚਾ 'ਚ ਹੈਗੀਆਂ ਨੇ। ਤੁਸੀਂ ਕੀ ਕਹਿਣਾ ਚਾਹੋਗੇ? ਗਿੱਲ ਸਾਹਿਬ, ਅੰਮ੍ਰਿਤਸਰ ਜੀ ਸਿੱਖ ਕੌਮ ਦਾ ਧਾਰਮਿਕ ਪੱਖੋਂ, ਸੱਭਿਆਚਾਰਕ ਪੱਖੋਂ ਤੇ ਇਤਿਹਾਸਕ ਪੱਖੋਂ ਕੇਂਦਰੀ ਸਥਾਨ ਆ ਜੀ, ਜਿਸ ਬਾਰੇ ਗੁਰੂ ਸਾਹਿਬ ਨੇ ਵੀ ਇਹ ਰਹਿਮਤ ਕੀਤੀ ਆ ਵੀ ਡਿੱਠੇ ਸੱਭੇ ਥਾਵ ਨਹੀਂ ਤੁਧ ਜਿਹੇ ਆ ਜੀ। 1992 ਵਿੱਚ ਉਸ ਵੇਲੇ ਦੇ ਤਤਕਾਲੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕਿਰਪਾਲ ਸਿੰਘ ਵਰਾਂ ਨੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਇੱਕ ਸਮਾਜ ਸੇਵੀ ਸੰਸਥਾ ਦਾ ਗਠਨ ਕੀਤਾ ਸੀ, ਜਿਸ ਦਾ ਨਾਂ ਰੱਖਿਆ ਸੀ ਅੰਮ੍ਰਿਤਸਰ ਵਿਕਾਸ ਮੰਚ ਜੀ। ਬੜੀ ਤਸੱਲੀ ਵਾਲੀ ਗੱਲ ਆ ਜੀ ਕਿ ਅੰਮ੍ਰਿਤਸਰ ਵਿਕਾਸ ਮੰਚ ਵਿੱਚ ਇਸ ਵੇਲੇ ਇਹ ਜਿਹੜਾ ਸਾਡਾ ਥਿੰਕ ਟੈਂਕ ਆ ਨਾ ਜੀ, ਸੰਕਲਪ ਘਾੜੇ ਜਿਹੜੇ ਸਾਡੇ ਹੈਗੇ ਆ ਉਹ ਬੜੇ ਹੀ ਸੁਹਿਰਦ ਤੇ ਰੌਸ਼ਨ ਦਿਮਾਗ ਆ ਜੀ, ਜਿਨ੍ਹਾਂ ਵਿੱਚ ਸਾਡੇ ਪ੍ਰੋਫੈਸਰ ਮੋਹਨ ਸਿੰਘ ਜੀ, ਡਾਕਟਰ ਚਰਨਜੀਤ ਸਿੰਘ ਮਟਾਲਾ ਜੀ, ਸਰਦਾਰ ਮਨਮੋਹਨ ਸਿੰਘ ਬਰਾੜ ਜੀ, ਸਰਦਾਰ ਹਰਜਾਬ ਸਿੰਘ ਔਜਲਾ ਜੀ, ਇਸ ਤਰ੍ਹਾਂ ਇਹ ਬੰਦਿਆਂ ਨੇ ਜਿਨ੍ਹਾਂ ਜ਼ਿੰਦਗੀ ਜਿਹੜੀ ਆ ਨਾ ਉਹ ਆਪਣੀ ਇਸੇ ਚੀਜ਼ 'ਤੇ ਹੀ ਇਹ ਲਾਈ ਆ। ਉਹਨਾਂ ਦੇ ਰੋਮ ਰੋਮ ਵਿੱਚ ਅੰਮ੍ਰਿਤਸਰ ਦਾ ਜਿਹੜਾ ਵਾ ਉਹ ਭਲਾਈ ਤੇ ਸਰਬਪੱਖੀ ਵਿਕਾਸ ਦੇ ਜਿਹੜੇ ਸੁਪਨੇ ਉਹ ਸੰਜੋਏ ਆ ਜੀ।
ਤੁਸੀਂ ਗੱਲ ਕੀਤੀ ਆ ਵਿਰਾਸਤੀ ਮਾਰਗ ਦੀ। ਹਾਂਜੀ। ਸਿੱਖਾਂ ਦਾ ਕੇਂਦਰੀ ਸਥਾਨ ਅੰਮ੍ਰਿਤਸਰ ਸਾਹਿਬ ਜੀ। ਤੇ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ, ਹਾਂਜੀ। ਜਿਸ ਨੂੰ ਜਿਹਦੇ ਦਰਸ਼ਨ ਕਰਨ ਵਾਸਤੇ, ਆਪਣੀ ਹਾਜ਼ਰੀ ਭਰਨ ਵਾਸਤੇ, ਨਤਮਸਤਕ ਹੋਣ ਵਾਸਤੇ ਹਾਂਜੀ। ਲੱਖ 1.5 ਲੱਖ ਸੰਗਤਾਂ ਜਿਹੜੀਆਂ ਵਾ ਉਹ ਰੋਜ਼ ਆਉਂਦੀਆਂ ਵਾ। ਜੀ। ਤੇ ਜਿਹੜੀ ਪਿਛਲੀ ਸਰਕਾਰ ਸੀ, ਅਕਾਲੀ ਸਰਕਾਰ ਜਿਹੜੀ ਸੀ, ਉਹਨਾਂ ਨੇ ਇੱਕ ਬਹੁਤ ਹੀ ਵਧੀਆ ਉਦਮ ਕੀਤਾ ਜੀ ਕਿ ਭਰਾਵਾਂ ਦੇ ਢਾਬੇ ਤੋਂ ਲੈ ਕੇ ਤੇ ਗੋਲਡਨ ਟੈਂਪਲ ਪਲਾਜ਼ੇ ਤੱਕ ਜਲਿਆਂਵਾਲੇ ਬਾਗ ਦੇ ਵਿੱਚੋਂ ਦੀ ਹੁੰਦਿਆਂ ਹੋਇਆਂ ਉਹਨਾਂ ਇੱਕ ਬਹੁਤ ਹੀ ਸ਼ਾਨਦਾਰ ਵਿਰਾਸਤੀ ਮਾਰਗ ਦੀ ਜਿਹੜੀ ਸੀ ਉਹ ਉਹਨਾਂ ਨੇ ਉਸਾਰੀ ਕੀਤੀ ਸੀ, ਜਿਸ ਵਿੱਚ ਵਿਸ਼ਵ ਭਰ ਦੀ ਇਮਾਰਤ ਸਾਜੀ ਤੇ ਸਾਜੋ ਸਮਾਨ ਲਾ ਕੇ ਉਹਨਾਂ ਨੇ ਇਸ ਨੂੰ ਖਿੱਚ ਦਾ ਕੇਂਦਰ ਬਣਾਇਆ ਸੀ, ਜਿਸ ਕਰਕੇ ਉਹਨਾਂ ਦੀ ਬੜੀ ਸਿਫਤ ਸਲਾਹ ਹੋਈ ਸੀ। ਬਹੁਤ ਲੋਕਾਂ ਨੇ ਜਸ ਉਹਨਾਂ ਦਾ ਗਾਇਆ ਸੀ ਕਿ ਇਹ ਹਰਿਮੰਦਰ ਸਾਹਿਬ ਨੂੰ ਜਿਹੜਾ ਰਸਤਾ ਵਾ ਉਹ ਉਹਨਾਂ ਏਡਾ ਸ਼ਾਨਦਾਰ ਬਣਾਇਆ। ਉਸ ਤੋਂ ਵੱਡੀ ਗੱਲ ਵੀ ਆ ਕਿ ਉਹ ਸਰਕਾਰ ਨੇ ਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਇੱਕ ਕੋਰਟ ਕੇਸ ਲੜ ਕੇ ਇਸ ਮਾਰਗ ਨੂੰ ਨੋ ਵਹੀਕਲ ਜ਼ੋਨ ਜਿਹੜਾ ਸੀ ਬਣਾਇਆ ਸੀ। ਭਾਵ ਇਹਦੇ ਵਿੱਚ ਕੋਈ ਇਹ ਜਿਹੜੇ ਵਾਹਨ ਆ ਉਹਨਾਂ ਦੀ ਦਾਖਲਾ ਜਿਹੜਾ ਵਾ ਉਹ ਬੰਦ ਆ। ਪਰੰਤੂ ਉਹ ਸਰਕਾਰ ਜਾਣ ਤੋਂ ਬਾਅਦ ਉਹ ਸਰਕਾਰ ਨੇ ਇਸ ਵਿਰਾਸਤੀ ਮਾਰਗ ਦੀ ਰੱਖ ਰਖਾਵ ਤੇ ਸੁੰਦਰਤਾ ਨੂੰ ਬਹਾਲ ਰੱਖਣ ਵਾਸਤੇ ਉਹਨਾਂ ਨੇ 150 ਦੇ ਲਾਗੇ ਛਾਗੇ ਜਿਹੜੇ ਪੁਲਿਸ ਮੁਲਾਜ਼ਮ ਦਿਨ ਰਾਤ ਲਾਏ ਸੀ, ਜਿਹੜੇ ਕਿ ਇਹ ਹਰ ਕਿਸਮ ਦੀ ਜਿਹੜੀ ਲਾ ਕਾਨੂੰਨੀ ਆ ਉਸ ਨੂੰ ਉਹ ਧਿਆਨ 'ਚ ਰੱਖਦੇ ਸੀ ਤੇ ਇਸ ਨੂੰ ਬਕਾਇਦਾ ਸਾਫ ਸਫਾਈ ਤੇ ਜਿਹੜੀਆਂ ਤੁਸੀਂ ਹੁਣੇ ਹੀ ਇਹ ਦੁਸ਼ਵਾਰੀਆਂ ਦਾ ਜ਼ਿਕਰ ਕੀਤਾ ਵਾ, ਮੰਗਤਿਆਂ ਦੀਆਂ ਜਾਂ ਗੈਰ ਕਾਨੂੰਨੀ ਜਿਹੜੇ ਕਬਜ਼ਾਧਾਰੀ ਆ ਉਹਨਾਂ ਦੀਆਂ, ਤੇ ਉਸ ਵੇਲੇ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਇੱਥੇ ਕੋਈ ਮੰਗਤਾ ਵੜ ਜੇ ਤੇ ਜਾਂ ਕੋਈ ਜਿਹੜੇ ਫੁੱਟਪਾਥ ਆ ਉਹਨਾਂ ਤੇ ਕਬਜ਼ਾ ਕਰ ਜੇ। ਪਰੰਤੂ ਜਦੋਂ ਸਰਕਾਰ ਢਿੱਲੀ ਹੋ ਗਈ, ਪੁਲਿਸ ਫੋਰਸ ਵਾਪਸ ਲੈ ਲਈ ਤੇ ਫਿਰ ਇਹ ਲੋਕ ਵੀ ਹੁਣ ਇੰਨੇ ਇਹ ਸਮਝ ਲਓ ਕਾਨੂੰਨ ਤੋਂ ਨਾਬਰ ਹੋ ਗਏ ਆ ਕਿ ਪਿਛਲੇ ਹਫ਼ਤੇ ਕਾਰਪੋਰੇਸ਼ਨ ਦੀ ਇੱਕ ਟੀਮ ਆਈ ਸੀ ਵੀ ਇੱਥੋਂ ਜਿਹੜੇ ਨਜਾਇਜ਼ ਕਬਜ਼ੇ ਢਾਏ ਜਾਣ। ਉਹਨਾਂ ਨੇ ਟਰੱਕ 'ਚ ਉਹਨਾਂ ਸਮਾਨ ਲੱਦ ਰਿਹਾ, ਪਰ ਲੋਕਾਂ ਦੀ ਤੁਸੀਂ ਦੀਦਾ ਦਲੇਰੀ ਵੇਖੋ ਵੀ ਉਹਨਾਂ ਨੂੰ ਸ਼ਹਿ ਵੀ ਹੋਊਗੀ ਕਿਸੇ ਨਾ ਕਿਸੇ ਧਿਰ ਦੀ, ਉਹ ਸ਼ਹਿ ਕਰਕੇ ਉਹਨਾਂ ਨੇ ਉਹ ਮੁਲਾਜ਼ਮਾਂ ਦੇ ਗਲ ਵੀ ਪਏ, ਟਰੱਕ ਦਾ ਨੁਕਸਾਨ ਵੀ ਕੀਤਾ ਤੇ ਉਹ ਸਮਾਨ ਵੀ ਵਾਪਸ ਲੈ ਲਿਆ। ਤੇ ਵੱਡੀ ਗੱਲ ਆ ਵੀ ਉਹਨਾਂ ਇਹ ਦੋਸ਼ੀਆਂ ਦੇ ਖਿਲਾਫ ਹਾਲੇ ਤੱਕ ਕੋਈ ਮੁਕੱਦਮਾ ਵੀ ਜਿਹੜਾ ਉਹ ਦਰਜ ਨਹੀਂ ਹੋਇਆ, ਜਿਸ ਤੋਂ ਇਹ ਸਿੱਧੀ ਗੱਲ ਹੁੰਦੀ ਆ ਕਿ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਰਾਜਸੀ ਤਾਕਤ ਜਿਹੜੀ ਆ ਉਹ ਕੰਮ ਕਰ ਰਹੀ ਆ। ਅਸੀਂ ਰਾਜਸੀ ਤਾਕਤਾਂ ਨੂੰ ਵੀ ਕਹਿੰਦੇ ਆ ਵੀ ਹਰਿਮੰਦਰ ਸਾਹਿਬ ਮਨੁੱਖਤਾ ਦਾ ਸਰਬਸਾਂਝਾ ਸਥਾਨ ਆ, ਪੂਜਣਯੋਗ ਸਥਾਨ ਆ, ਤੇ ਉਸ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਆਪਣੀਆਂ ਤੁਸੀਂ ਜਿਹੜੀਆਂ ਰਾਜਸੀ ਖੇਡਾਂ ਵਾ ਹੋਰ ਕਿਸੇ ਪਾਸੇ ਖੇਡੋ। ਇਸ ਵਿਰਾਸਤੀ ਮਾਰਗ ਦੀ ਜਿਹੜੀ ਸੁੰਦਰਤਾ ਤੇ ਜਿਹੜੀਆਂ ਦੁਸ਼ਵਾਰੀਆਂ ਸੁੰਦਰਤਾ ਬਹਾਲ ਰੱਖਣ ਵਾਸਤੇ ਤੇ ਜਿਹੜੇ ਯਾਤਰੂ ਸੈਲਾਨੀ ਸ਼ਰਧਾਲੂ ਆਉਂਦੇ ਆ ਉਹਨਾਂ ਵਾਸਤੇ ਇੱਕ ਬੜਾ ਖੁਸ਼ਗਵਾਰ ਮਾਹੌਲ ਬਣਾਉਣ ਵਾਸਤੇ ਇੱਥੇ ਜਿਹੜੀਆਂ ਇਹ ਚੰਗੀਆਂ ਗੱਲਾਂ ਸਰਕਾਰ ਨੇ ਕੀਤੀਆਂ ਸੀ ਵੀ ਇੱਥੇ ਕੋਈ ਮੰਗਤਾ ਨਾ ਹੋਵੇ, ਇੱਥੇ ਇਨਕਰੋਚਮੈਂਟ ਨਾ ਹੋਵੇ, ਇੱਥੇ ਕੁੱਤੇ ਨਾ ਹੋਣ, ਹਾਂਜੀ, ਉਹ ਸਾਰੀਆਂ ਗੱਲਾਂ ਜਿਹੜੀਆਂ ਵਾ ਉਹ ਇੱਥੇ ਲਾਗੂ ਕੀਤੀਆਂ ਜਾਣ। ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਨਗਰ ਨਿਗਮ ਤੋਂ ਇਲਾਵਾ ਉਹਨਾਂ ਨੂੰ ਵੀ ਆਪਣਾ ਜਿਹੜਾ ਬਣਦਾ ਰੋਲ ਆ ਉਹ ਅਦਾ ਕਰਨਾ ਚਾਹੀਦਾ ਵਾ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਤੇ ਕਰਨਾ ਹੀ ਕਰਨਾ ਵਾ। ਇਸ ਕਰਕੇ ਇੱਕ ਸਾਂਝੀ ਟੀਮ ਬਣੇ, ਇਹ ਜ਼ਿਲ੍ਹਾ ਪ੍ਰਸ਼ਾਸਨ ਦੀ, ਨਗਰ ਨਿਗਮ ਦੀ ਤੇ ਸ਼੍ਰੋਮਣੀ ਕਮੇਟੀ ਦੀ, ਜਿਹੜੀ ਕਿ ਇਸ ਵਿਰਾਸਤੀ ਮਾਰਗ ਨੂੰ ਇਹ ਜਿਹੜਾ ਸ਼ੁਰੂਆਤੀ ਦੌਰ ਵਿੱਚ ਇਹਦੀ ਸੁੰਦਰਤਾ ਸੀ ਉਸ ਨੂੰ ਮੁੜ ਬਹਾਲ ਕੀਤਾ ਜਾਵੇ। ਜੀ ਅਣਖੀ ਸਾਹਿਬ, ਕੰਪਨੀ ਬਾਗ ਦੀ ਗੱਲ ਕਰੀਏ ਤਾਂ ਕੰਪਨੀ ਬਾਗ ਦੇ ਵਿੱਚ ਵੀ ਬੜਾ ਕੁਝ ਜਿਹੜਾ ਆ ਉਹ ਚੇਂਜ ਹੋ ਗਿਆ। ਉਹਦੇ ਵਿੱਚ ਵੀ ਕਈ ਕਲੱਬ ਜਿਹੜੇ ਆ ਉਹ ਬਣ ਗਏ, ਕਈ ਕੁਝ ਜਿਹੜਾ ਆ ਉਹ ਹੋ ਗਿਆ, ਜਗ੍ਹਾ ਦੇ ਉੱਤੇ ਕਬਜ਼ਾ ਜਿਹੜਾ ਆ ਉਹਦੇ ਵਿੱਚ ਵੀ ਹੋ ਗਿਆ, ਜਿਹੜਾ ਕਿ ਇਸ ਵੇਲੇ ਮੈਂ ਸਮਝਦਾ ਕਿ ਅੰਮ੍ਰਿਤਸਰ ਦਾ ਸਭ ਤੋਂ ਵਧੀਆ ਜਿਹੜਾ ਆ ਉਹ ਬਾਗ ਹੈਗਾ ਆ, ਜਿੱਥੇ ਪੁਰਾਣੇ ਤੋਂ ਪੁਰਾਣੇ ਰੁੱਖ ਆ, ਬੜੀ ਵਧੀਆ ਜਗ੍ਹਾ ਆ, ਸੈਰ ਵੀ ਬਹੁਤ ਲੋਕੀ ਉੱਥੇ ਕਰਦੇ ਆ। ਪਰ ਲਗਾਤਾਰ ਜਿਹੜੇ ਉੱਥੇ ਕਬਜ਼ੇ ਹੋਏ ਆ ਜਾਂ ਜਿਹੜੇ ਉੱਥੇ ਕਲੱਬ ਬਣੇ ਉਹਦੇ ਨਾਲ ਗੰਦਗੀ ਬੜੀ ਉੱਥੇ ਵੀ ਫੈਲ ਰਹੀ ਆ ਆਲੇ ਦੁਆਲੇ ਦੇ ਵਿੱਚ। ਗਿੱਲ ਸਾਹਿਬ, ਮਹਾਰਾਜਾ ਰਣਜੀਤ ਸਿੰਘ ਜੀ ਸ਼੍ਰੀ ਹਰਿਮੰਦਰ ਸਾਹਿਬ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸੀ ਜੀ। ਉਸ ਨੂੰ ਕੋਈ ਵੀ ਸੁੰਦਰ ਜਾਂ ਬੇਸ਼ਕੀਮਤੀ ਚੀਜ਼ ਮਿਲਦੀ ਸੀ ਤਾਂ ਉਹ ਹਰਿਮੰਦਰ ਸਾਹਿਬ ਆਣ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਭੇਟ ਕਰ ਦਿੰਦਾ ਸੀ। ਆਪਾਂ ਨੂੰ ਪਤਾ ਹੀ ਆ ਵੀ ਜਦੋਂ ਕੰਵਰ ਨੌਰ ਨਿਹਾਲ ਦਾ ਵਿਆਹ ਸੀ ਜਿਹੜਾ ਉਹਦੇ ਵਾਸਤੇ ਸਿਹਰਾ ਆਇਆ ਸੀ, ਇਹਨੇ ਉਹ ਕੀਮਤੀ ਹੀਰਿਆਂ ਮੋਤੀਆਂ ਨਾਲ ਜੜਿਆ ਸੀ ਕਿ ਮਹਾਰਾਜਾ ਨੇ ਉਹ ਜਿਹੜਾ ਸਿਹਰਾ ਸੀ ਹਰਿਮੰਦਰ ਸਾਹਿਬ ਜਿਹੜਾ ਸੀ ਉਹ ਚੜਾ ਦਿੱਤਾ ਸੀ। ਇਸ ਤੋਂ ਇਲਾਵਾ
ਜਿਹੜਾ ਨਿਜ਼ਾਮ ਹੈਦਰਾਬਾਦ ਸੀ ਉਹਨੇ ਜਿਹੜੀ ਇੱਕ ਬਹੁਤ ਹੀ ਕੀਮਤੀ ਚਾਨਣੀ ਪੇਸ਼ ਕੀਤੀ ਸੀ ਮਹਾਰਾਜ ਦੇ ਉੱਤੇ ਦਰਬਾਰ ਚਲਾਉਣ ਵਾਸਤੇ, ਉਹ ਵੀ ਉਹਨੇ ਹਰਿਮੰਦਰ ਸਾਹਿਬ ਕਰ ਦਿੱਤੀ ਸੀ। ਤੇ ਇਸੇ ਤਰ੍ਹਾਂ ਜਿਹੜਾ ਲਾਹੌਰ ਦਾ ਸ਼ਾਲੀਮਾਰ ਬਾਗ ਆ ਉਸ ਦੇ ਤਰਜ਼ ਤੇ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇੱਕ ਬਾਗ ਜਿਹੜਾ ਸੀ ਲਵਾਇਆ ਸੀ, ਜਿਸ ਦਾ ਨਾਮ ਉਹਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ਤੇ ਰੱਖਿਆ ਸੀ, ਰਾਮ ਬਾਗ। ਜੀ ਜੀ ਜੀ। ਫਿਰ ਜਦੋਂ ਉਹਦੇ ਵਿੱਚ ਉਸਨੇ ਆਪਣਾ ਗਰਮੀਆਂ ਦਾ ਮਹੱਲ ਵੀ ਬਣਾਇਆ ਸੀ। ਇਸ ਤੋਂ ਇਲਾਵਾ ਉਹਨੇ ਉਹਦੇ ਵਿੱਚ ਹਮਾਮ ਜਿਹੜੀਆਂ ਮਤਲਬ ਬੀਬੀਆਂ ਉਹਨਾਂ ਦੇ ਇਸ਼ਨਾਨ ਕਰਨ ਵਾਸਤੇ ਤੇ ਵਾਚ ਟਾਵਰ ਤੇ ਬਹੁਤ ਉਸਨੇ ਹਿਮਾਲਾ ਪਰਬਤ ਤੇ ਹੋਰ ਨੀਲਗਿਰੀ ਦੀਆਂ ਪਹਾੜੀਆਂ ਤੋਂ ਬੜੇ ਕੀਮਤੀ ਬੂਟੇ ਲਿਆ ਕੇ ਇਸ ਬਾਗ ਦੇ ਵਿੱਚ ਲਗਾਏ ਸੀ। ਅਸੀਂ ਖੁਦ ਵੇਂਦੇ ਰਹੇ ਹਾਂ ਕਿ ਇਹ ਬਾਗ 1980 ਤੱਕ ਬੜਾ ਸ਼ਾਨਦਾਰ ਬਾਗ ਸੀ। ਇਹਦੇ ਵਿੱਚ ਮਛਲੀ ਘਰ ਸੀ, ਫੁੱਲ ਸੀ, ਬੂਟੇ ਸੀ, ਫੁਹਾਰੇ ਸੀ। ਫਿਰ ਛੋਟੇ ਬੱਚਿਆਂ ਵਾਸਤੇ ਇੱਕ ਛੋਟਾ ਜਿਹਾ ਚਿੜੀਆ ਘਰ ਹੁੰਦਾ ਸੀ। ਕਹਿਣ ਤੋਂ ਭਾਵ ਹੈ ਵੀ ਬੜਾ ਲੋਕਾਂ ਦਾ ਇੱਕ ਖਿੱਚ ਭਰਪੂਰ ਇਹ ਕੇਂਦਰ ਹੈਗਾ ਸੀ। ਹੁਣ ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਤੇ ਅੰਗਰੇਜ਼ਾਂ ਨੂੰ ਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਚਿੜ ਹੈਗੀ ਸੀ। ਉਹ ਉਸ ਦੀਆਂ ਜਿਹੜੀਆਂ ਧਰੋਹਰ ਹੈਗੀਆਂ ਸੀ ਉਹਨਾਂ ਨੂੰ ਖਤਮ ਕਰਨਾ ਚਾਹੁੰਦਾ ਸੀ ਤੇ ਇਸੇ ਸਕੀਮ ਤਹਿਤ ਉਹਨਾਂ ਨੇ ਇਸ ਕੰਪਨੀ ਬਾਗ ਦੇ ਵਿੱਚ ਆਪਣੀਆਂ 3 ਕਲੱਬਾਂ ਜਿਹੜੀਆਂ ਸੀ, ਅੰਮ੍ਰਿਤਸਰ ਕਲੱਬ, ਸਰਵਿਸ ਕਲੱਬ ਤੇ ਲਮਸਟਨ ਕਲੱਬ ਜਿਹੜੀ ਸੀ ਉਹਨਾਂ ਨੇ ਖੋਲ੍ਹ ਦਿੱਤੀ। ਤੇ ਉਹ ਜਿਹੜੀਆਂ ਕਲੱਬਾਂ ਸੀ ਉਹ ਆਜ਼ਾਦੀ ਤੋਂ ਬਾਅਦ ਵੀ ਜਿਹੜੀਆਂ ਸੀ ਉਹ ਬਰਕਰਾਰ ਰਹੀਆਂ। ਜਦ ਕਿ ਉਹਨਾਂ ਦੀ 1980 ਦੀ ਲੀਜ਼ ਜਿਹੜੀ ਆ ਖਤਮ ਹੋਈ ਆ, ਪਰ ਕਿਉਂਕਿ ਉਹ ਕਲੱਬਾਂ ਦੇ ਜਿਹੜੇ ਮੈਂਬਰ ਆ ਬੜੇ ਬੜੇ ਵੱਡੇ ਸਰਮਾਏਦਾਰ, ਬੜੇ ਬੜੇ ਵੱਡੇ ਅਫਸਰ ਤੇ ਰਾਜਨੀਤੀਵਾਨ ਉਹਦੇ ਮੈਂਬਰ ਆ, ਤੇ ਉਹ ਸਗੋਂ ਕਲੱਬਾਂ ਵਾਲੇ ਜਿਹੜੇ ਹੋਰ ਜਿਹੜੇ ਥਾਂ ਇਨਕਰੋਚ ਕਰੀ ਜਾਂਦੇ ਆ। ਅੰਮ੍ਰਿਤਸਰ ਵਿਕਾਸ ਮੰਚ ਨੇ 2002 ਦੀ ਰਿਟ ਕੀਤੀ ਆ ਕਿਉਂਕਿ ਇਹਨਾਂ ਕਲੱਬਾਂ ਦੀ ਲੀਜ਼ ਖਤਮ ਹੋ ਗਈ ਆ। ਇਹ ਹੁਣ ਕੋਈ ਲੀਜ਼ ਮਨੀ ਵੀ ਨਹੀਂ ਜਿਹੜੀ ਕਾਰਪੋਰੇਸ਼ਨ ਜਾਂ ਸਰਕਾਰ ਨੂੰ ਦੇ ਰਿਹਾ। ਇਸ ਕਰਕੇ ਇਹਨਾਂ ਨੂੰ ਸ਼ਹਿਰ ਤੋਂ ਬਾਹਰ ਕਿਸੇ ਹੋਰ ਢੁਕਵੇਂ ਥਾਂ ਤੇ ਤਬਦੀਲ ਕੀਤਾ ਜਾਵੇ ਤੇ ਇਹ ਜਿਹੜਾ ਬਾਗ ਆ ਇਹ ਲੋਕਾਂ ਦੇ ਸੈਰ ਸਪਾਟੇ ਵਾਸਤੇ ਹੋਵੇ, ਤੁਰਨ ਫਿਰਨ ਵਾਸਤੇ ਹੋਵੇ ਤੇ ਜਿਹੜੇ ਬਾਹਰੋਂ ਸਾਡੇ ਸੈਲਾਨੀ ਆਉਂਦੇ ਆ ਉਹਨਾਂ ਵਾਸਤੇ ਖਿੱਚ ਦਾ ਕੇਂਦਰ ਇਸ ਨੂੰ ਬਣਾਇਆ ਜਾਵੇ। ਪਰ ਹੁਣ ਆਪਾਂ ਅਦਾਲਤਾਂ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ, ਪਰ ਇਹ ਤੁਸੀਂ ਹੁਣ ਆਪ ਹੀ ਹਿਸਾਬ ਲਾ ਲਓ ਵੀ ਜਿਹੜਾ 2002 ਦਾ ਕੇਸ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ, ਉਹ ਕਲੱਬਾਂ ਨੂੰ ਬਾਹਰ ਹਾਲੇ ਤੱਕ ਨਹੀਂ ਕੱਢ ਸਕੀ। 20 ਸਾਲ ਹੋ ਗਏ ਆ। ਇਸ ਕਰਕੇ ਦੇਸ਼ ਦੀ ਨਿਆਂ ਪ੍ਰਣਾਲੀ ਬਾਰੇ ਤੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ, ਪਰ ਸਾਨੂੰ ਇਸ ਚੀਜ਼ ਦਾ ਅਫਸੋਸ ਵੀ ਹੁੰਦਾ ਵਾ ਕਿ ਇਹਨਾਂ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਹ ਜਿਹੜੀਆਂ ਕਲੱਬਾਂ ਵਾ ਉਸੇ ਤਰ੍ਹਾਂ ਹੈਗੀਆਂ ਵਾ। ਤੇ ਫਿਰ ਕਾਰਪੋਰੇਸ਼ਨ ਨੇ ਵੀ ਤੇ ਜਿਹੜਾ ASI ਆ ਉਹਨਾਂ ਦਾ ਵੀ ਨਾ ਇਹ ਉਦਾਸੀਨ ਹੀ ਵਤੀਰਾ ਵਾ ਇਸ ਬਾਗ ਪ੍ਰਤੀ। ਤੁਸੀਂ ਜਿਹੜੀ ਮਹਾਰਾਜੇ ਦੀ ਡਿਊਟੀ ਤੋਂ ਲੈ ਕੇ ਸਮਰ ਪੈਲਸ ਤੱਕ ਜਾਂ ਆਲੇ ਦੁਆਲੇ ਜਾ ਕੇ ਵੇਖੋ, ਇੰਨਾ ਬੁਰਾ ਹਾਲ ਆ। ਇਹਨਾਂ ਉੱਥੇ ਕੂੜਾ ਕਰਕਟ, ਸੜਕਾਂ ਟੁੱਟੀਆਂ ਵਾ, ਬੁਰਾ ਹਾਲ ਆ। ਸਿਰਫ ਉਹ ਪਰਲਾ ਪਾਸਾ ਜਿਹੜਾ ਨਾ ਜਿਹੜੇ ਪਾਸੇ ਮਹਾਤਮਾ ਗਾਂਧੀ ਦਾ ਬੁੱਤ ਆ ਉਹੋ ਹੀ ਥੋੜਾ ਜਿਹਾ ਸੌਰਿਆ ਵਾ। ਤੇ ਬਾਕੀ ਜਿਹੜਾ ਬਾਗ ਆ ਇਹ ਕਿਉਂਕਿ ਇਹ ਪ੍ਰੋਟੈਕਟਡ ਮੋਨੂਮੈਂਟ ਆ, ਇਸ ਕਰਕੇ ਜਿਹੜਾ ਭਾਰਤੀ ਪੁਰਾਤਤਵ ਵਿਭਾਗ ਆ ਅਸੀਂ ਉਸ ਨੂੰ ਵੀ ਬੇਨਤੀ ਕਰਦੇ ਆ ਤੇ ਨਗਰ ਨਿਗਮ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਕੁਝ ਲੋਕਾਂ ਦੇ ਹਿੱਤਾਂ ਨੂੰ ਜਿਹੜਾ ਤਿਆਗ ਕੇ ਸਮੁੱਚੇ ਜਿਹੜੇ ਅੰਮ੍ਰਿਤਸਰ ਵਾਸੀ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਖਿਆਲ ਰੱਖਦੇ ਹੋਏ ਯਥਾਯੋਗ ਜਿਹੜੇ ਫੈਸਲੇ ਉਹ ਕਰਨ। ਅਨਖੀ ਸਾਹਿਬ, ਇੱਕ ਜਿਹੜਾ ਇੱਥੇ ਇੰਸਟੀਚਿਊਸ਼ਨ ਬਣ ਰਿਹਾ ਸੀਗਾ ਹਾਰਟੀਕਲਚਰ ਦਾ, ਉਹਦਾ ਕੀ ਬਣਿਆ ਹੈ ਅਜੇ ਤੱਕ? ਉਹ ਕਿੱਥੇ ਜੇ ਗੱਲ ਜਿਹੜੀ ਆ ਉਹ ਪਹੁੰਚੀ ਆ? ਉਹ ਵੀ ਕਾਫੀ ਲਟਕਿਆ ਹੋਇਆ ਕੰਮ ਆ। ਗਿੱਲ ਸਾਹਿਬ, ਸਾਡੀ ਰਾਜਨੀਤੀ ਜਿਹੜਾ ਬੜੀ ਸਵਾਰਥੀ ਹੋ ਗਈ ਹੈ ਹੁਣ ਸਮੱਸਿਆ ਆ ਵੀ ਸਾਡੇ ਮਾਝੇ ਦਾ ਕੋਈ ਮੁੱਖ ਮੰਤਰੀ ਬਣਿਆ ਨਹੀਂ। ਸਾਰੇ ਭਾਵੇਂ ਅਕਾਲੀ ਹੋਣ, ਕਾਂਗਰਸੀ ਹੋਣ, ਭਾਵੇਂ ਆਮ ਆਦਮੀ ਪਾਰਟੀ ਵੀ ਹੈਗੀ ਆ, ਸਾਰੇ ਮੁੱਖ ਜਿਹੜੇ ਬਣਦੇ ਆ ਉਹ ਹੈਗੇ ਮਾਲਵੇ ਦੇ। ਤੇ ਅੰਮ੍ਰਿਤਸਰ ਨੂੰ ਗੁਰਪੁਰ ਵਾਸੀ ਸ਼੍ਰੀ ਅਰੁਣ ਜੇਤਲੀ ਜੀ ਨੇ ਇਹ ਪਹਿਲਾਂ ਤੇ ਦਿੱਤਾ ਸੀ IIM। ਚਲੋ ਉਹ ਤੇ ਕਿਸੇ ਨਾ ਕਿਸੇ ਢੰਗ ਨਾਲ ਔਖਾ ਸੌਖਾ ਹੋ ਗਏ, ਅੰਮ੍ਰਿਤਸਰ 'ਚ ਇਹ ਉਹ ਸਟੈਬਲਿਸ਼ ਹੋ ਗਿਆ ਵਾ। ਇੱਕ ਉਹਨਾਂ ਦਿੱਤਾ ਸੀ ਏਮਜ਼, ਜਿਹੜਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਜਿਹਦਾ ਸਹੁਰਾ ਮੁੱਖ ਮੰਤਰੀ ਸੀ, ਜਿਹਦਾ ਪਤੀ ਡਿਪਟੀ ਮੁੱਖ ਮੰਤਰੀ ਸੀ, ਜਿਹਦਾ ਭਰਾ ਇੱਕ ਵੱਡਾ ਮੰਤਰੀ ਸੀ ਤੇ ਉਹ ਖੁਦ ਵੀ ਮੰਤਰੀ ਸੀ ਕੇਂਦਰ ਸਰਕਾਰ ਦੇ ਵਿੱਚ, ਉਹ ਏਮਜ਼ ਇੱਥੋਂ ਬਠਿੰਡੇ ਲੈ ਗਈ ਆਪਣੀ ਰਾਜਸੀ ਤਾਕਤ ਦੀ ਵਰਤੋਂ ਕਰਦੀ ਹੋਈ। ਫਿਰ ਜੇਤਲੀ ਸਾਹਿਬ ਨੇ ਇੱਕ ਬਹੁਤ ਮਹੱਤਵਪੂਰਨ ਪ੍ਰੋਜੈਕਟ ਦਿੱਤਾ 2015 ਦਾ ਅੰਮ੍ਰਿਤਸਰ ਨੂੰ, ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਰਿਸਰਚ ਐਂਡ ਐਜੂਕੇਸ਼ਨ। ਤੁਸੀਂ ਹਿਸਾਬ ਲਾ ਲਓ ਵੀ 2015 ਦਾ ਇਹ ਇੰਸਟੀਚਿਊਟ ਅੰਮ੍ਰਿਤਸਰ ਨੂੰ ਐਲੋਕੇਟ ਹੋਇਆ ਵਾ ਤੇ ਇਹਦੇ ਐਡਮਿਨਿਸਟ੍ਰੇਟਿਵ ਬਲਾਕ
ਇਹਦਾ ਜਿਹੜਾ ਅਕੈਡਮਿਕ ਬਲਾਕ ਜੀ ਇਹਦੇ ਰੈਜ਼ੀਡੈਂਸ਼ੀਅਲ ਬਲਾਕ ਵਾਸਤੇ ਜਿਹੜੀ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਆ ਉਹਨਾਂ ਨੇ 32 ਏਕੜ ਜ਼ਮੀਨ ਜਿਹੜੀ ਆ ਨਾ ਪਿੰਡ ਛੱਡਣ ਵਿਖੇ ਇਹ ਮਤਲਬ ਚੁਣੀ ਆ ਜੀ। ਫਿਰ ਉਹਦੀਆਂ ਸਾਰੀਆਂ ਕਾਰਵਾਈਆਂ ਹੋ ਗਈਆਂ ਵਾ, ਜਿਹੜੀ ਮਤਲਬ ਉਹਦੀ ਸੋਸ਼ਲ ਇੰਪੈਕਟ ਰਿਪੋਰਟ ਵੀ ਤਿਆਰ ਆ, ਜਿਹੜੀ ਸਰਕਾਰ ਦਾ ਇਹ ਜਿਹੜੇ ਹੁੰਦੇ ਆ ਐਕਸਪਰਟ ਕਮੇਟੀ ਉਹਦੀ ਰਿਪੋਰਟ ਵੀ ਤਿਆਰ ਆ। ਬਸ ਹੁਣ ਪਤਾ ਨਹੀਂ ਪਿਛਲੀ ਸਰਕਾਰ ਨੇ ਇਹਦਾ ਬਜਟ ਵੀ ਜਿਹੜਾ 24 ਕਰੋੜ ਰੁਪਇਆ ਇਹ ਰੱਖਿਆ ਸੀ ਜ਼ਮੀਨ ਖਰੀਦਣ ਵਾਸਤੇ। ਹੁਣ ਵੀ ਅਸੀਂ ਪਿਛਲੇ ਦਿਨੀ ਸਰਦਾਰ ਹਰਪਾਲ ਸਿੰਘ ਚੀਮਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ, ਗੁਰੂ ਨਾਨਕ ਦੇਵ ਖਜ਼ਾਨਾ ਮੰਤਰੀ ਆ, ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਆਏ ਸੀ, ਅਸੀਂ ਉਹਨਾਂ ਅੱਗੇ ਵੀ ਮੰਗ ਰੱਖੀ ਆ। ਤੇ ਜਿਹੜੇ ਸਰਦਾਰ ਜਸਵਿੰਦਰ ਸਿੰਘ ਰਮਦਾਸ ਆ ਅਟਾਰੀ ਹਲਕੇ ਦੇ ਐਮਐਲਏ, ਉਹਨਾਂ ਤੱਕ ਵੀ ਗੱਲ ਪਹੁੰਚਾਈ ਆ। ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਆ ਉਹਨਾਂ ਨਾਲ ਵੀ ਮੀਟਿੰਗਾਂ ਅਸੀਂ 2-3 ਕਰ ਚੁੱਕੇ ਆ, ਇਹ ਇੱਕ ਪਰਸਨਲੀ ਤੇ 2 ਵਾਰਾਂ ਫੋਨ ਤੇ ਉਹਨਾਂ ਨੂੰ ਵੀ ਕਿਹਾ ਵਾ ਵੀ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਕਰੋ, ਕਿਉਂਕਿ ਇਹ ਕਿਸਾਨੀ ਵਾਸਤੇ ਇੱਕ ਬੜਾ ਰੈਵੋਲੂਸ਼ਨਰੀ ਜਿਹੜਾ ਵਾ ਇੰਸਟੀਚਿਊਟ ਬਣਨਾ ਵਾ। ਇਹਦੇ ਨਾਲ ਜਿਹੜੀ ਇਹ ਫਸਲੀ ਵਿਭਿੰਨਤਾ ਵਾ ਉਹ ਤੇ ਜਿਹੜਾ ਜ਼ਮੀਨ ਹੇਠਲਾ ਪਾਣੀ ਆ ਉਹਦੀ ਬਚਤ ਵਾਸਤੇ ਸਾਇੰਸਦਾਨਾਂ ਨੇ ਬੜੀਆਂ ਖੋਜਾਂ ਕਰਨੀਆਂ ਵਾ, ਤੇ ਇਸ ਕਰਕੇ ਇਸ ਇੰਸਟੀਚਿਊਟ ਨੂੰ ਛੇਤੀ ਤੋਂ ਛੇਤੀ ਜਿਹੜਾ ਵਾ ਹੋਂਦ ਵਿੱਚ ਲਿਆਉਣਾ ਚਾਹੀਦਾ ਵਾ। ਸਾਡੀ ਹੁਣ ਵੀ ਸਰਕਾਰ ਤੋਂ ਜਿਹੜੀ ਇਹ ਮੰਗ ਹੈਗੀ ਆ, ਇਹ ਤੇ ਗਿੱਲ ਸਾਹਿਬ 1700 ਕਰੋੜ ਰੁਪਈਆ ਕੇਂਦਰ ਸਰਕਾਰ ਨੇ ਖਰਚ ਕਰਨਾ। ਜਿਹੜੀ ਜ਼ਮੀਨ ਲੈਣੀ ਆ ਉਹਦੇ ਵਿੱਚ 60% ਕੇਂਦਰ ਸਰਕਾਰ ਨੇ ਕਰਨਾ। ਇੱਥੇ ਜਿੰਨੇ ਪ੍ਰੋਫੈਸਰ, ਜਿੰਨੇ ਸਾਇੰਸਦਾਨ, ਜਿੰਨੀਆਂ ਇਮਾਰਤਾਂ ਬਣਨੀਆਂ, ਸਾਰਾ ਦਾ ਸਾਰਾ ਖਰਚ ਕੇਂਦਰ ਸਰਕਾਰ ਨੇ ਕਰਨਾ ਵਾ। ਪਰੰਤੂ ਸਾਡੀ ਸਟੇਟ ਨੂੰ ਪਤਾ ਨਹੀਂ ਕੀ ਗੱਲ ਹੈ, ਇੱਕ ਪਾਸੇ ਕੇਂਦਰ ਸਰਕਾਰ ਨੂੰ ਇਹਨਾਂ ਇਹ ਭੰਡਦੇ ਆ ਵੀ ਸਾਨੂੰ ਕੋਈ ਮਦਦ ਨਹੀਂ ਕਰਦੇ, ਤੇ ਜੇ ਕੇਂਦਰ ਸਰਕਾਰ ਮਦਦ ਕਰਨ ਵਾਸਤੇ ਦਿੱਤਾ ਵਾ ਤੇ ਉਸ ਨੂੰ ਇਹ ਲੈ ਨਹੀਂ ਰਹੇ। ਇਸ ਕਰਕੇ ਇਹਨਾਂ ਨੂੰ ਜਿਹੜੀ ਆਪਣੀ ਸੋਚ ਆ ਇਸ ਇੰਸਟੀਚਿਊਟ ਪ੍ਰਤੀ ਠੀਕ ਰੱਖ ਕੇ ਛੇਤੀ ਤੋਂ ਛੇਤੀ ਨੋਟੀਫਿਕੇਸ਼ਨ ਜਾਰੀ ਕਰਕੇ ਜ਼ਮੀਨ ਖਰੀਦ ਦੇਣੀ ਚਾਹੀਦੀ ਆ। ਖਰੀਦ ਕੇ ਤੇ ਜਿਹੜਾ ICAR ਆ ਉਹਦੇ ਨਾਂ ਦੇ ਕੇ ਦੇਵੇ ਤਾਂ ਕਿ ਇੰਸਟੀਚਿਊਟ ਚਾਲੂ ਹੋ ਸਕੇ। ਜੀ ਅਣਖੀ ਸਾਹਿਬ, ਐਕਸਪ੍ਰੈਸ ਵੇ ਦਾ ਕੰਮ ਕਿੱਥੇ ਕੁ ਪਹੁੰਚਿਆ, ਕੀ ਬਣਿਆ? ਕਿਉਂਕਿ ਪਹਿਲਾਂ ਤਾਂ ਉਹ ਅੰਮ੍ਰਿਤਸਰ ਨੂੰ ਲੈ ਕੇ ਨਹੀਂ ਸੀ ਆ ਰਹੇ, ਬਾਹਰੋਂ ਬਾਹਰ ਹੀ ਜਿਹੜਾ ਆ ਉਹ ਕੱਢ ਰਹੇ ਸੀਗੇ, ਤੇ ਹੁਣ ਕੀ ਤੁਹਾਨੂੰ ਲੱਗਦਾ ਆ ਕਿ ਕੰਮ ਕਿੱਥੇ ਕੁ, ਜੇ ਅਸੀਂ ਇਹ ਵੀ ਅਪਡੇਸ਼ਨ ਜਿਹੜੀ ਆ ਉਹ ਦਰਸ਼ਕਾਂ ਨੂੰ ਦੇ ਦਈਏ? ਗਿੱਲ ਸਾਹਿਬ, ਉਹ ਜ਼ਮੀਨ ਦਾ ਨੋਟੀਫਿਕੇਸ਼ਨ ਲਗਭਗ ਜਾਰੀ ਹੋ ਗਿਆ ਵਾ, ਤੇ ਬਹੁਤ ਸਾਰੀਆਂ ਜ਼ਮੀਨਾਂ ਦੇ ਪੈਸੇ ਜਿਹੜੇ ਜ਼ਿਮੀਂਦਾਰਾਂ ਨੂੰ ਦਿੱਤੇ ਜਾ ਚੁੱਕੇ ਆ। ਤੇ ਸਭ ਤੋਂ ਸਾਨੂੰ ਖੁਸ਼ੀ ਦੀ ਗੱਲ ਆ ਵੀ ਇਹ ਜਿਹੜਾ ਸਾਡਾ ਸੜਕ ਪਰਿਵਹਨ ਮੰਤਰੀ ਆ ਸ਼੍ਰੀ ਨਿਤਿਨ ਗਡਕਰੀ, ਉਹ ਬਹੁਤ ਹੀ ਐਫੀਸ਼ੀਐਂਟ ਮੰਤਰੀ ਹੈਗੇ ਕੇਂਦਰ ਸਰਕਾਰ ਦੇ ਵਿੱਚ, ਤੇ ਸਾਨੂੰ ਉਮੀਦ ਆ ਕਿ ਇਹ ਜਿਹੜੀ ਸੜਕ ਦੀ ਉਸਾਰੀ ਆ ਇਹ ਵੀ ਬੜੀ ਛੇਤੀ ਸ਼ੁਰੂ ਹੋ ਜੂਗੀ। ਕਿਉਂਕਿ ਜਿਹੜੀ ਮੁੱਢਲੀਆਂ ਕਾਰਵਾਈਆਂ ਵਾ, ਜ਼ਮੀਨ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਜ਼ਮੀਨ ਅਕਵਾਇਰ ਕਰਨੀ, ਜ਼ਮੀਨ ਦਾ ਕੀਮਤ ਦੇਣਾ, ਉਹ ਤਕਰੀਬਨ ਜਿਹੜੀਆਂ ਉਹ ਇਹ ਕਾਰਵਾਈਆਂ ਮੁਕੰਮਲ ਹੋ ਚੁੱਕੀਆਂ ਵਾ। ਤੇ ਹੁਣ ਇਹ ਜਿਹੜੀ ਸੜਕ ਬਣਾਉਣ ਦੇ ਟੈਂਡਰ ਵਗੈਰਾ ਲਾ ਕੇ ਉਹ ਮੇਰਾ ਖਿਆਲ ਆ ਵੀ 2 ਸਾਲ ਦੇ ਵਿੱਚ ਇਹ ਐਕਸਪ੍ਰੈਸ ਵੇ ਜਿਹੜਾ ਵਾ, ਜਿਸ ਵਿੱਚ ਉਹ ਅੰਮ੍ਰਿਤਸਰ ਨੂੰ ਤੇ ਤਰਨਤਾਰਨ ਨੂੰ ਪਹਿਲਾਂ ਪਿਛਲੀ ਸਰਕਾਰ ਦੇ ਕੈਪਟਨ ਅਮਰਿੰਦਰ ਸਿੰਘ ਨੇ, ਤੇ ਸਿੰਗਲਾ ਸਾਹਿਬ ਜਿਹੜੇ PWD ਮੰਤਰੀ ਸੀ, ਤੇ ਬੀਬੀ ਰਜੀਆ ਸੁਲਤਾਨਾ ਨੇ, ਇਹਨਾਂ ਨੇ ਬਾਹਰ ਕੱਢਿਆ ਸੀ। ਪਰੰਤੂ ਅੰਮ੍ਰਿਤਸਰ ਵਿਕਾਸ ਮੰਚ ਨੇ ਇਨੀਸ਼ੀਏਟਿਵ ਲੈ ਕੇ ਤੇ ਜਿਹੜੇ ਇੱਥੋਂ ਦੇ ਲੋਕਲ ਰਾਜਨੀਤੀਵਾਨ ਸੀ, ਜਿਸ ਵਿੱਚ ਸਰਦਾਰ ਗੁਰਦੀਪ ਸਿੰਘ ਔਜਲਾ, ਸ਼ਵੇਤ ਮਲਕ, ਸ਼੍ਰੀ ਅਨਿਲ ਜੋਸ਼ੀ, ਸ਼੍ਰੀ ਤਰਨ ਚੁੱਗ, ਸ਼੍ਰੀ ਵਿਰਸਾ ਸਿੰਘ ਵਲਟੋਆ, ਇਹਨਾਂ ਸਾਰਿਆਂ ਨੇ ਇੱਕ ਟੀਮ ਵਰਕ ਦੇ ਤੌਰ ਤੇ ਕੰਮ ਕੀਤਾ ਸੀ। ਤੇ ਪਹਿਲਾਂ ਜਿਹੜਾ ਇਹ ਐਕਸਪ੍ਰੈਸ ਵੇ ਖਲਚੀਆਂ ਲਾਗੋਂ ਬਾਬੇ ਬਕਾਲੇ ਉੱਤੋਂ ਨਹੀਂ ਪਰਾਂ ਨਿਕਲ ਜਾਣਾ ਸੀ। ਹੁਣ ਤੁਹਾਡੇ ਇਹ ਵਾਸਤੇ ਖੁਸ਼ੀ ਦੀ ਗੱਲ ਆ ਕਿ ਇਹ ਨਕੋਦਰ ਤੋਂ ਗੋਂਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ, ਮਾਨਾਵਾਲਾ, ਅੰਮ੍ਰਿਤਸਰ ਤੇ ਏਅਰਪੋਰਟ ਤੱਕ ਕਿਸੇ ਨੇ ਹੁਣ ਜਾਣਾ ਵਾ। ਅਸੀਂ ਇਹ ਆਸ ਰੱਖਦੇ ਹਾਂ ਸ਼੍ਰੀ ਗਡਕਰੀ ਸਾਹਿਬ ਕੋਲੋਂ ਕਿ ਛੇਤੀ ਤੋਂ ਛੇਤੀ ਇਹ ਜਿਹੜਾ ਕੌਮੀ ਪ੍ਰੋਜੈਕਟ ਆ ਇਸ ਨੂੰ ਸੰਪੂਰਨ ਕਰਨਗੇ। ਜੀ ਲਾਸਟ ਉੱਤੇ ਅਣਖੀ ਸਾਹਿਬ, ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅੰਮ੍ਰਿਤਸਰ ਦੇ ਵਿਕਾਸ ਵਾਸਤੇ? ਕਿਉਂਕਿ ਹਰੇਕ ਵਿਅਕਤੀ ਉਹ ਹੋਰ ਕਿਸੇ ਸ਼ਹਿਰ ਜਾਵੇ ਨਾ ਜਾਵੇ, ਉਹਨੇ ਅੰਮ੍ਰਿਤਸਰ ਤਾਂ ਆਉਣਾ ਹੀ ਹੁੰਦਾ। ਜਿਹੜਾ ਸਿੱਖ ਜਾਂ ਜਿਹੜਾ ਵੀ ਪੰਜਾਬੀ ਜਾਂ ਜਿਹੜਾ ਵੀ ਗੁਰੂ ਆਸ਼ੇ ਮੁਤਾਬਕ ਆਪਣਾ ਜੀਵਨ ਜਿਹੜਾ ਬਤੀਤ ਕਰ ਰਿਹਾ, ਉਹਨੂੰ ਹੁੰਦਾ ਕਿ ਮੈਂ ਅੰਮ੍ਰਿਤਸਰ ਜਾਵਾਂ, ਮੱਥਾ ਟੇਕ ਕੇ ਜ਼ਰੂਰ ਆਵਾਂ। ਤੁਸੀਂ ਉਹਨਾਂ ਤੋਂ ਕਿਵੇਂ ਦੀ ਮਦਦ ਜਿਹੜੀ ਉਹ ਚਾਹੁੰਦੇ ਹੋ, ਕਿਵੇਂ ਦਾ ਸੁਝਾਅ ਚਾਹੁੰਦੇ ਹੋ, ਕਿਵੇਂ ਦੀਆਂ ਲੋੜਾਂ ਜਿਹੜੀਆਂ ਹੈਗੀਆਂ ਅੰਮ੍ਰਿਤਸਰ ਦੇ ਵਿੱਚ ਹੋਰ ਡਿਵੈਲਪਮੈਂਟ ਕਰਾਉਣ ਵਾਸਤੇ, ਜਾਂ ਹੋਰ ਕੀ ਕਾਰਜ ਉਹ ਕਰਵਾ ਸਕਦੇ ਆ? ਗਿੱਲ ਸਾਹਿਬ, ਤੁਸੀਂ ਇੱਕ ਬਹੁਤ ਹੀ ਵਧੀਆ ਸਵਾਲ ਕੀਤਾ ਵਾ। ਸਾਡੇ ਜਿਹੜੇ ਬਾਹਰ ਭੈਣ ਭਰਾ ਬੜੇ ਸੌਖੇ ਆ ਜੀ, ਤੇ ਉਹਨਾਂ ਵਾਸਤੇ ਗੁਰੂ ਨਗਰੀ ਪ੍ਰਤੀ ਜਿਹੜਾ ਇਹ ਕਿਸੇ ਤਲਫੁਲ ਜਿਹੜਾ ਮਤ ਕਰਨੀ ਜਿਹੜੀ ਆ ਉਹ ਵੀ ਉਹਨਾਂ ਦੇ ਸਮਝ ਲਓ ਚੰਗੇ ਭਾਗ ਹੀ ਆ। ਅਸੀਂ ਤੁਹਾਡੇ ਥਰੂ ਇਹ ਗੱਲ ਕਰਨਾ ਚਾਹੁੰਦੇ ਆ ਵੀ ਅੰਮ੍ਰਿਤਸਰ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਨਾ,
ਇਸ ਨੇ ਬੜੇ ਬੜੇ ਵਧੀਆ ਖਿਡਾਰੀ ਪੈਦਾ ਕੀਤੇ ਆ। ਹਾਂਜੀ। ਪਰ ਸਾਨੂੰ ਇਸ ਚੀਜ਼ ਦਾ ਹਾਲੇ ਰੰਝ ਆ ਜੀ ਵੀ ਉਹਨਾਂ ਖਿਡਾਰੀਆਂ ਦੇ ਪ੍ਰੈਕਟਿਸ ਕਰਨ ਵਾਸਤੇ ਇੱਥੇ ਸਿੰਥੈਟਿਕ ਐਥਲੈਟਿਕਸ ਟਰੈਕ ਜਿਹੜਾ ਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਨਹੀਂ ਹੈਗਾ ਜੀ। ਤੇ ਜਿਹੜਾ ਹਾਕੀ ਦਾ ਐਸਟ੍ਰੋਟਰਫ ਆ ਜੀ ਉਹ ਵੀ ਕਾਫੀ ਜਿਹੜੀ ਆ ਮੁਰੰਮਤ ਮੰਗ ਰਿਹਾ ਵਾ। ਜੀ ਜੀ ਤੇ ਜੇ ਇਹ ਸਾਡੇ ਬਾਹਰ ਦੇ ਵਸੇ ਲੋਕ ਸਿਰਫ 15 ਕਰੋੜ 20 ਕਰੋੜ ਦੀ ਗੱਲ ਹੈਗੀ ਆ, ਜੇ ਇਹ ਸਪੈਸ਼ਲ ਇੱਕ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਿਰਫ ਇਸੇ ਪਰਪਸ ਵਾਸਤੇ ਦੇਣ ਵੀ ਇੱਥੇ ਜੀ ਇਹਨਾਂ ਪੈਸਿਆਂ ਨਾਲ ਸਿੰਥੈਟਿਕ ਐਥਲੈਟਿਕਸ ਟਰੈਕ ਜਿਹੜਾ ਵਾ ਉਹ ਬਣਾਇਆ ਜਾਵੇ ਤੇ ਹਾਕੀ ਦਾ ਜਿਹੜਾ ਹੈਗਾ ਵਾ ਗਰਾਊਂਡ ਐਸਟ੍ਰੋਟਰਫ ਉਸ ਦੀ ਮੁਰੰਮਤ ਕੀਤੀ ਜਾਵੇ ਤੇ ਇਹ ਉਹਨਾਂ ਦੀ ਬੜੀ ਵੱਡੀ ਦੇਣ ਹੋਊਗੀ। ਸਾਡੇ ਇਹ ਜਿਹੜੇ NRI ਵੀਰ ਬੈਠੇ ਆ ਉਹਨਾਂ ਦੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇ ਨਾਂ ਤੇ ਜਿਹੜੀ ਬੜੀ ਯੂਨੀਵਰਸਿਟੀ ਆ ਉਸ ਨੂੰ ਦੇਣ ਵਾਸਤੇ। ਤੇ ਇਸ ਤੋਂ ਇਲਾਵਾ ਜਿਹੜੇ ਅੰਮ੍ਰਿਤਸਰ ਦੇ ਵਿੱਚ ਇੱਕ ਕ੍ਰਿਕਟ ਸਟੇਡੀਅਮ ਦੀ ਬੜੀ ਵੱਡੀ ਲੋੜ ਆ। ਹਾਂਜੀ। ਫਿਰ ਇਹ ਇਸ ਵੇਲੇ ਹੁਣ ਜਿੱਦਾਂ ਸਾਡੀ ਸਰਕਾਰ ਜਿਹੜੀ ਆ ਉਹ ਸਿਹਤ ਤੇ ਸਿੱਖਿਆ ਤੇ ਬੜਾ ਜ਼ੋਰ ਦੇ ਰਹੀ ਆ। ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕਾ ਵੀ ਜਿਹੜੀ ਹਰਸਿਮਰਤ ਕੌਰ ਬਾਦਲ ਸਾਡੇ ਕੋਲ ਏਮਜ਼ ਖੋਹ ਕੇ ਲੈ ਗਈ ਸੀ, ਜੇ ਹੁਣ ਵਾਲੀ ਸਰਕਾਰ ਇਹ ਹਿੰਮਤ ਕਰੇ ਤੇ ਉਹੀ ਏਮਜ਼ ਜਿਹੜਾ ਅੰਮ੍ਰਿਤਸਰ ਵਾਸਤੇ ਨਵਾਂ ਜਿਹੜਾ ਵਾ ਉਹ ਮਨਜ਼ੂਰ ਕਰਾ ਕੇ ਇੱਥੇ ਬਣਾਵੇ ਤੇ ਇਹ ਵੀ ਮਨੁੱਖਤਾ ਦੀ ਬੜੀ ਵੱਡੀ ਸੇਵਾ ਹੋਊਗੀ। ਇਹ ਕਿਉਂਕਿ ਸਿਹਤ ਸੇਵਾਵਾਂ ਜਿਹੜੀਆਂ ਵਾ ਉਹ ਅੰਮ੍ਰਿਤਸਰ ਦੇ ਵਿੱਚ ਇੰਨੀਆਂ ਅਪ ਟੂ ਮਾਰਕ ਨਹੀਂ ਹੈਗੀਆਂ ਤੇ ਜਿੰਨਾ ਚਿਰ ਏਮਜ਼ ਨਹੀਂ ਬਣਦਾ ਅਸੀਂ ਪ੍ਰੈਜ਼ੈਂਟ ਸਰਕਾਰ ਜਿਹੜੀ ਵਰਤਮਾਨ ਸਰਕਾਰ ਆ ਇਸ ਤੋਂ ਮੰਗ ਕਰਦੇ ਆ ਕਿ ਉਹ ਗੁਰੂ ਨਾਨਕ ਹਸਪਤਾਲ ਜਿਹੜਾ ਅੰਮ੍ਰਿਤਸਰ ਦਾ ਵਾ ਉਸ ਨੂੰ ਇਹ ਲੋੜੀਂਦੀ ਗਿਣਤੀ 'ਚ ਲੋੜੀਂਦੀ ਮਾਤਰਾ 'ਚ ਫੰਡ ਦੇ ਕੇ 100 200 500 ਕਰੋੜ ਰੁਪਇਆ ਦੇ ਕੇ ਇੱਥੇ ਜਿਹੜੀਆਂ ਇਹ ਲੋੜਾਂ ਵਾ ਉਹ ਪੂਰੀਆਂ ਕੀਤੀਆਂ ਜਾਣ। ਇੱਥੇ ਕੋਈ ਸਪੈਸ਼ਲਿਸਟ ਡਾਕਟਰ ਨਹੀਂ ਹੈਗਾ। ਹਾਂਜੀ ਮਸ਼ੀਨਰੀ ਹੈਗੀ ਆ ਤੇ ਪਰੰਤੂ ਕਿਉਂਕਿ ਡਾਕਟਰਾਂ ਦੀ ਜੇ ਡਾਕਟਰ ਹੋਣਗੇ ਤਾਂ ਮਸ਼ੀਨਰੀ ਦਾ ਫਾਇਦਾ ਵਾ। ਫਿਰ ਉੱਥੇ ਸਾਫ ਸਫਾਈ ਬਿਲਡਿੰਗ ਵਾਸਤੇ ਇਹ ਇੱਥੇ ਜੇ ਇਸ ਨੂੰ ਏਮਜ਼ ਪੱਧਰ ਦੀਆਂ ਸਹੂਲਤਾਂ ਦਿੱਤੀਆਂ ਜਾਣ ਤੇ ਉਹਦੇ ਨਾਲ ਵੀ ਅੰਮ੍ਰਿਤਸਰ ਦੇ ਲੋਕਾਂ ਨੂੰ ਬੜੀ ਖੁਸ਼ੀ ਹੋਊਗੀ। ਇਸ ਤੋਂ ਇਲਾਵਾ ਇੱਥੇ ਐਗਜ਼ੀਬਿਸ਼ਨ ਕੰਮ ਇਹ ਜਿਹੜਾ ਉਹਦੀ ਸੈਂਟਰ ਦੀ ਬੜੀ ਲੋੜ ਆ। ਹਾਂਜੀ। ਤੇ ਕ੍ਰਿਕਟ ਸਟੇਡੀਅਮ ਦੀ ਆਪਾਂ ਤੁਹਾਡੇ ਨਾਲ ਗੱਲ ਕਰ ਹੀ ਚੁੱਕੇ ਆ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਗੱਲ ਕਰ ਚੁੱਕੇ ਆ। ਫਿਰ ਜਿਹੜੀ ਆ ਟ੍ਰੈਫਿਕ ਆ ਅੰਮ੍ਰਿਤਸਰ ਦੇ ਬਹੁਤ ਬੁਰੀ ਹਾਲਤ ਦੇ ਜਿਹੜੀ ਟ੍ਰੈਫਿਕ ਪੁਲਿਸ ਆ ਉਸ ਨੂੰ ਸਾਡੀ ਬੇਨਤੀ ਆ ਵੀ ਇੱਥੇ ਹੁਣ ਲੋਕੀਆਂ ਦਾ ਨਾ ਵੀ ਘਰੋਂ ਬਾਹਰ ਨਿਕਲੀ ਚਾਰੇ ਅੱਖਾਂ ਖੋਲ ਕੇ ਨਿਕਲਣੀਆਂ ਚਾਹੀਦੀਆਂ ਤੇ ਮੈਨੂੰ ਇੰਝ ਲੱਗਦਾ ਵੀ ਚਾਰੇ ਅੱਖਾਂ ਖੋਲ ਕੇ ਵੀ ਬੰਦਾ ਜਿਹੜੇ ਸਹੀ ਸਲਾਮਤ ਘਰ ਆ ਜਿਹੜੇ ਬੜੀ ਚੰਗੀ ਗੱਲ ਆ ਕਿਉਂਕਿ ਲੋਕ ਜਿਹੜੇ ਆ ਨਾ ਉਹ ਸੱਜਿਓਂ ਖੱਬਿਓਂ ਅੱਗੋਂ ਪਿੱਛੋਂ ਇਹਨਾਂ ਜਿਹੜੀ ਸਾਡੀ ਟ੍ਰੈਫਿਕ ਜਿਹੜੀ ਆ ਉਹ ਲੀਓਂ ਲੱਥੀ ਆ। ਇਸ ਨੂੰ ਟ੍ਰੈਫਿਕ ਪੁਲਿਸ ਜਿਹੜੀ ਆ ਪੁਲਿਸ ਕਮਿਸ਼ਨ ਜਿਹੜੇ ਆ ਉਹ ਇਸ ਨੂੰ ਠੀਕ ਕਰਨ ਤੇ ਅੰਮ੍ਰਿਤਸਰ ਦੀ ਜਿਹੜੀ ਹਾਲਤ ਹੈ ਉਹ ਕਾਫੀ ਜਿਹੜੀ ਆ ਉਹ ਸੁਧਰ ਸਕਦੀ ਹੈ। ਜੀ ਬਿਲਕੁਲ। ਅੱਜ ਦੇ ਬ੍ਰੇਕਫਾਸਟ ਸ਼ੋਅ ਦੇ ਵਿੱਚ ਅਸੀਂ ਚਰਚਾ ਕੀਤੀ ਅੰਮ੍ਰਿਤਸਰ ਦੀਆਂ ਸਮੱਸਿਆਵਾਂ ਦੇ ਉੱਤੇ, ਖਬਰਾਂ ਦੇ ਉੱਤੇ ਵੀ ਜਿਹੜਾ ਆ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਆ, ਕਿਵੇਂ ਮਹਿੰਗਾਈ ਵੱਧ ਰਹੀ ਹੈ ਜਾਂ ਕੀ ਕੁਝ ਹੋਇਆ ਉਹਦੇ ਉੱਤੇ ਵੀ ਚਰਚਾ ਕੀਤੀ ਆ। ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਕੁਲਵੰਤ ਸਿੰਘ ਜੀ ਅਣਖੀ ਹੋਰਾਂ ਦਾ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਬਾਰੇ ਦੇ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਜਿਹੜੀ ਆ ਉਹ ਵਿਦੇਸ਼ਾਂ ਦੇ ਵਿੱਚ ਰਹਿੰਦੇ ਭੈਣ ਭਰਾਵਾਂ ਦੇ ਨਾਲ। ਇਹ ਗਿੱਲ ਸਾਹਿਬ ਵੀ ਸਿਰਫ ਇੱਕੋ ਮਿੰਟ ਹੋਰ ਅਸੀਂ ਤੁਹਾਡੇ ਥਰੂ ਕੇਂਦਰੀ ਸਰਕਾਰ ਤੇ ਪੰਜਾਬ ਸਰਕਾਰ ਵੱਲ ਇਹ ਅੰਮ੍ਰਿਤਸਰ ਦੇ ਵਿੱਚ ਦੋ ਬਦਨੁਮਾ ਦਾ ਆ ਗਿਆ, ਇੱਕ ਤੁੰਗ ਢਾਬ ਡਰੇਨ ਤੇ ਇੱਕ ਭਗਤਾਂ ਵਾਲਾ ਡੰਪ। ਹੁਣ ਤੁਸੀਂ ਵੇਖੋ ਤੁੰਗ ਢਾਬ ਡਰੇਨ ਦੇ ਵਿੱਚੋਂ ਇੰਨੀਆਂ ਜ਼ਹਿਰੀਲੀਆਂ ਗੈਸਾਂ ਨਿਕਲ ਰਹੀਆਂ ਬਾਹਰ ਕਿ ਲੋਕਾਂ ਦੇ ਫਰਿੱਜ ਏਸੀ ਜਿਹੜੇ ਆ ਨਾ ਉਹ ਗੜ ਰਹੇ ਆ ਤੇ ਜਿਹੜੀਆਂ ਗੈਸਾਂ ਏਸੀ ਫਰਿੱਜਾਂ ਨੂੰ ਗਾਲ ਰਹੀਆਂ ਵਾ ਉਹ ਮਨੁੱਖਾਂ ਦਾ ਕੀ ਹਾਲ ਕਰਦੀਆਂ ਹੋਣਗੀਆਂ। ਉੱਥੇ ਤੇ ਵੀ ਯੂਨੀਵਰਸਿਟੀ ਜਿਹੜਾ ਜੈਨੇਟਿਕਸ ਡਿਪਾਰਟਮੈਂਟ ਆ ਜੈਨੇਟਿਕਸ ਡਿਪਾਰਟਮੈਂਟ ਉਹਨਾਂ ਖੋਜ ਕੀਤੀ ਹੈ ਵੀ ਜਿਹੜਾ ਮਾਲ ਪਿੰਡ ਆ ਜਿਹੜਾ ਬਿਲਕੁਲ ਇਹ ਤੁੰਗ ਢਾਬ ਡਰੇਨ ਦੇ ਕੰਢੇ ਤੇ ਆ ਉੱਥੋਂ ਦੇ ਬੱਚਿਆਂ ਦੇ DNA ਜਿਹੜੇ ਚੇਂਜ ਹੋ ਰਹੇ ਆ। ਇਸੇ ਤਰ੍ਹਾਂ ਭਗਤਾਂ ਵਾਲਾ ਡੰਪ ਆ ਜਿਹੜਾ ਹਰਿਮੰਦਰ ਸਾਹਿਬ ਤੋਂ ਸਿਰਫ 1-1.25 ਕਿਲੋਮੀਟਰ ਦੂਰੀ ਤੇ ਆ। ਉੱਥੇ ਸਾਰੇ ਸ਼ਹਿਰ ਦਾ ਇਕੱਠਾ ਜਿਹੜਾ ਕੂੜਾ ਇਕੱਠਾ ਕੀਤਾ ਜਾ ਰਿਹਾ ਵਾ, ਕੂੜੇ ਨੂੰ ਅੱਗ ਲੱਗ ਜਾਂਦੀ ਹੈ, ਬੜਾ ਜ਼ਹਿਰੀਲਾ ਧੂੰਆਂ ਨਿਕਲਦਾ ਵਾ ਤੇ ਇਹ ਦੋਵੇਂ ਚੀਜ਼ਾਂ ਜਿਹੜੀਆਂ ਵਾ ਜਿਹੜੀ ਤੁੰਗ ਢਾਬ ਡਰੇਨ ਆ ਇਸ ਨੂੰ ਪ੍ਰਦੂਸ਼ਣ ਮੁਕਤ ਕਰਨ ਵਾਸਤੇ ਜਿਹੜੇ ਜ਼ਰੂਰੀ ਫੰਡ ਜਿਹੜੇ ਆ ਉਹ ਐਲੋਕੇਟ ਕਰਨੇ ਚਾਹੀਦੇ ਆ ਤੇ ਭਗਤਾਂ ਵਾਲਾ ਡੰਪ ਨੂੰ ਵੀ ਸ਼ਹਿਰੋਂ ਬਾਹਰ ਖੜਨ ਵਾਸਤੇ ਜਿਹੜਾ ਸਰਕਾਰ ਨੂੰ ਕਿਸੇ ਨਿਸ਼ਚਿਤ ਥਾਂ ਤੇ ਉਹਦਾ ਪ੍ਰਬੰਧ ਵੀ ਕਰਨਾ ਚਾਹੀਦਾ ਵਾ ਤਾਂ ਕਿ ਜਿਹੜੇ ਗੁਰੂ ਨਗਰੀ ਦੇ ਵਾਸੀ ਆ ਉਹ ਇਹ ਸਾਫ਼ ਸੁਥਰੀ ਹਵਾ ਦੇ ਵਿੱਚ ਸਾਹ ਲੈ ਸਕਣ। ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਅੰਕੀ ਸਾਹਿਬ ਤੁਹਾਡਾ। ਸੋ ਦਰਸ਼ਕੋ ਸਮਾਂ ਜਿਹੜਾ ਆ ਉਹ ਅੱਜ ਦੇ ਬ੍ਰੇਕਫਾਸਟ ਸ਼ੋਅ ਦਾ ਇੱਥੇ ਹੀ ਸਮਾਪਤ ਹੁੰਦਾ ਆ, ਇੱਥੇ ਹੀ ਆਗਿਆ ਚਾਹਾਂਗੇ। ਫਿਰ ਮੁਲਾਕਾਤ ਹੋਏਗੀ ਅਗਲੇ ਪ੍ਰੋਗਰਾਮ ਦੇ ਵਿੱਚ। ਇੱਥੇ ਬੁਲਾਉਂਦੇ ਆ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।